ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਪਿਛਲੇ ਕੁਝ ਸਮੇਂ ਤੋਂ ਆਨੰਦ ਕਾਰਜ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕਰਦੇ ਆ ਰਹੇ ਹਾਂ ਤੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਸਿੱਖ ਰਹਿਤ ਮਰਿਆਦਾ ਅਤੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਤੇ ਆਧਾਰਿਤ ਹੈ। ਪਿਛਲੀ ਕਥਾ ਵਿੱਚ ਆਪਾਂ ਗੱਲ ਕਰ ਰਹੇ ਸਾਂ ਕਿ ਜਦੋਂ ਲੜਕੀ ਤੇ ਲੜਕਾ ਗੁਰੂ ਚਰਨਾਂ ਵਿੱਚ ਆ ਕੇ ਬੈਠਦੇ ਨੇ, ਉਸ ਤੋਂ ਬਾਅਦ ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਇਹ ਸ਼ਬਦ ਗਾਇਨ ਕਰਕੇ ਜੋ ਕਿ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਔਰ ਇਸ ਦੇ ਗਾਇਨ ਕਰਨ ਦਾ ਕੋਈ ਸੰਕੇਤ ਵੀ ਨਹੀਂ, ਪਰ ਅਸੀਂ ਗਾਇਨ ਕਰਕੇ ਇਸ ਤੋਂ ਬਾਅਦ ਅਰਦਾਸ ਕਰਦੇ ਹਾਂ। ਅਰਦਾਸ ਤੋਂ ਬਾਅਦ ਮਰਿਆਦਾ ਇਹ ਗੱਲ ਆਖਦੀ ਏ ਕਿ ਬੱਚੇ ਨੂੰ, ਲੜਕੀ ਲੜਕੇ ਨੂੰ ਗੁਰਮਤਿ ਵਿਦਿਆ ਜੋ ਗ੍ਰਸਥ ਧਰਮ ਦੇ ਸੰਬੰਧ ਵਿੱਚ ਹੈ ਉਹ ਦ੍ਰਿੜ ਕਰਵਾਈ ਜਾਏ। ਸੋ ਉਹ ਗੱਲ ਆਪਾਂ ਸਰਵਨ ਕਰਦੇ ਆ ਰਹੇ ਸਾਂ ਤੇ ਇਸ ਜਗ੍ਹਾ ਤੇ ਪਹੁੰਚੇ ਸਾਂ ਕਿ ਇਹ ਜੋ ਗ੍ਰਸਥ ਧਰਮ ਹੈ, ਇਹ ਜੋ ਸੰਯੋਗ ਬਣਿਆ ਹੈ ਲੜਕੀ ਤੇ ਲੜਕੇ ਦਾ, ਦੋਵਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈ। ਸੋ ਇੱਥੇ ਆਪਾਂ ਗੱਲ ਛੱਡੀ ਸੀ ਤੇ ਇੱਥੋਂ ਹੀ ਅੱਜ ਆਪਾਂ ਪ੍ਰਾਰੰਭ ਕਰਦੇ ਹਾਂ। ਪਵਿੱਤਰ ਜੀਵਨ ਤਿੰਨ ਤਰ੍ਹਾਂ ਨਾਲ ਹੁੰਦਾ ਹੈ, ਮਨ ਕਰਕੇ, ਬਚਨਾਂ ਕਰਕੇ ਤੇ ਕਰਮਾਂ ਕਰਕੇ। ਮਨ ਕਰਕੇ ਕਦੀ ਕਿਸੇ ਦੇ ਲਈ ਮਨ ਵਿੱਚ ਮਾੜੇ ਵਿਚਾਰ ਪੈਦਾ ਨਹੀਂ ਹੋਣ ਦੇਣੇ, ਕਿਸੇ ਬਾਰੇ ਮਾੜਾ ਨਹੀਂ ਸੋਚਣਾ। ਬਚਨਾਂ ਕਰਕੇ ਭਾਵ ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ, ਕਿਸੇ ਦਾ ਨਿਰਾਦਰ ਨਹੀਂ ਕਰਨਾ। ਕਰਮਾਂ ਕਰਕੇ ਉਹੋ ਜਿਹਾ ਕੋਈ ਕਰਮ ਨਹੀਂ ਕਰਨਾ ਜਿਸ ਦੇ ਕਰਨ ਨਾਲ ਕਿਸੇ ਨੂੰ ਹਾਨੀ ਪਹੁੰਚਦੀ ਹੋਵੇ, ਕਿਸੇ ਦਾ ਨੁਕਸਾਨ ਹੁੰਦਾ ਹੋਵੇ। ਇਸ ਤਰ੍ਹਾਂ ਦਾ ਕਦੇ ਕੋਈ ਕਰਮ ਨਹੀਂ ਕਰਨਾ, ਪਵਿੱਤਰ ਜੀਵਨ ਬਿਤਾਉਣਾ। ਸਤਿਗੁਰੂ ਬਾਣੀ ਵਿੱਚ ਫਰਮਾਉਂਦੇ ਨੇ, ਸੋ ਕਿਛ ਕਰ ਜਿਤ ਮੈਲ ਨਾ ਲਾਗੈ। ਪਵਿੱਤਰ ਅਸੀਂ ਤਾਂ ਹੀ ਮਨ ਕਰਕੇ ਰਹਿ ਸਕਦੇ ਹਾਂ ਜੇ ਸਾਡੇ ਮਨ ਨੂੰ ਬਾਹਰੋਂ ਵਿਕਾਰਾਂ ਦੀ ਮੈਲ ਨਾ ਲੱਗੇ। ਮੈਲ ਕਿਵੇਂ ਨਾ ਲੱਗੇ? ਕਿਉਂਕਿ ਸੰਸਾਰ ਤੇ ਮੈਲ ਨਾਲ ਭਰਿਆ ਪਿਆ ਏ। ਵਿਕਾਰਾਂ ਦੀ ਮੈਲ ਹਰ ਪਲ ਸਾਡੇ ਮਨ ਤੱਕ ਪਹੁੰਚ ਰਹੀ ਏ, ਅੱਖਾਂ ਰਾਹੀਂ, ਕੰਨਾਂ ਰਾਹੀਂ, ਨੱਕ ਰਾਹੀਂ, ਸਾਡੀ ਤਵਚਾ ਰਾਹੀਂ। ਕਿਵੇਂ ਬਚਿਆ ਜਾਏ? ਸਤਿਗੁਰਾਂ ਆਖਿਆ ਸੀ, ਹਰ ਕੀਰਤਨ ਮੈਂ ਇਹ ਮਨ ਜਾਗੈ। ਇਸ ਦੁਨਿਆਵੀ ਮੈਲ ਤੋਂ ਬਚਣ ਲਈ, ਯਾਨੀ ਵਿਕਾਰਾਂ ਦੀ ਮੈਲ ਤੋਂ ਬਚਣ ਲਈ ਚਾਹੀਦਾ ਹੈ ਕਿ ਸਾਡਾ ਮਨ ਗੁਰਮਤਿ ਦੇ ਪ੍ਰਕਾਸ਼ ਵਿੱਚ ਜਾਗ ਪਵੇ। ਜਿਵੇਂ ਜਿਵੇਂ ਮਨ ਜਾਗੇਗਾ ਤੇ ਜਾਗਿਆ ਹੋਇਆ ਬੰਦਾ ਮੈਲ ਤੋਂ ਬਚ ਸਕਦਾ ਹੈ, ਵਿਕਾਰਾਂ ਤੋਂ ਬਚ ਸਕਦਾ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਇੱਕ ਵਾਰੀ ਸਿੱਖਾਂ ਨੇ ਪੁੱਛਿਆ, ਜਦੋਂ ਸਤਿਗੁਰੂ ਜੀ ਇਹ ਉਪਦੇਸ਼ ਦ੍ਰਿੜ ਕਰਵਾ ਰਹੇ ਸਨ ਕਿ ਭਈ ਮਨ ਕਰਕੇ ਜਾਗੋ,
ਤੇ ਸਿੱਖਾਂ ਨੇ ਪੁੱਛਿਆ, ਸਤਿਗੁਰੂ ਜਦੋਂ ਮਨ ਜਾਗ ਪੈਂਦਾ ਹੈ ਬੰਦੇ ਦਾ ਜਾਂ ਸਿੱਖ ਦਾ, ਉਸ ਦੀ ਕੀ ਨਿਸ਼ਾਨੀ ਹੁੰਦੀ ਹੈ? ਤੇ ਸਤਿਗੁਰਾਂ ਆਖਿਆ ਸੀ, ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰਿਯ ਲਾਗੈ ਔਰ ਸਤਿਗੁਰ ਬਾਣੀ। ਜਦੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਮਨ ਵਿੱਚ ਮਿੱਠੀ ਤੇ ਪਿਆਰੀ ਲੱਗਣ ਲੱਗ ਪਵੇ, ਮਨ ਜਾਗ ਪੈਣ ਦੀ ਇਹ ਨਿਸ਼ਾਨੀ ਹੈ ਕਿ ਇਸ ਬੰਦੇ ਦਾ ਮਨ, ਜਿਹਨੂੰ ਗੁਰੂ ਦੇ ਬਚਨ ਪਿਆਰੇ ਲੱਗਦੇ ਨੇ, ਮਨ ਜਾਗ ਪਿਆ ਹੈ। ਜਦੋਂ ਗੁਰੂ ਦੇ ਬਚਨ ਪਿਆਰੇ ਲੱਗਣਗੇ, ਗੁਰੂ ਦੇ ਬਚਨ ਮਿੱਠੇ ਲੱਗਣਗੇ, ਗੁਰੂ ਦੇ ਬਚਨ ਚੰਗੇ ਲੱਗਣਗੇ, ਤੇ ਅਸੀਂ ਉਹਨਾਂ ਦੇ ਮੁਤਾਬਕ ਫਿਰ ਜੀਵਨ ਜੀਵਾਂਗੇ। ਜਿਵੇਂ ਜਿਵੇਂ ਅਸੀਂ ਗੁਰੂ ਬਚਨਾਂ ਮੁਤਾਬਕ ਜੀਵਨ ਜੀਵਾਂਗੇ, ਸਾਡਾ ਜੀਵਨ ਪਵਿੱਤਰ ਜੀਵਨ ਬਣ ਜਾਏਗਾ। ਦੂਜਾ ਬਚਨ ਮਰਿਆਦਾ ਨੇ ਆਖਿਆ, ਗੁਰਮੁਖੀ ਜੀਵਨ। ਗੁਰਮੁਖੀ ਜੀਵਨ ਨੂੰ ਜੇ ਅਸੀਂ ਗੁਰਮਤਿ ਰਾਹੀਂ, ਗੁਰੂ ਦੀ ਬਾਣੀ ਰਾਹੀਂ ਇੱਕੋ ਲਾਈਨ ਵਿੱਚ ਵਿਚਾਰਨਾ ਹੋਵੇ ਤੇ ਇਸ ਤਰ੍ਹਾਂ ਆਖ ਸਕਦੇ ਹਾਂ, ਗੁਰ ਕਹਿਆ ਸਾਕਾਰ ਕਮਾਵੋ। ਜੋ ਗੁਰੂ ਜੀ ਬਚਨ ਕਰਦੇ ਨੇ, ਜੋ ਗੁਰੂ ਜੀ ਫੁਰਮਾਨ ਕਰਦੇ ਨੇ, ਉਹ ਕਾਰ ਕਰੋ, ਦੂਜੀ ਕਾਰ ਨਹੀਂ ਕਰੋ। ਕਾਰ ਕਰਨ ਤੋਂ ਭਾਵ ਦੂਜਾ ਕਰਮ, ਦੂਜਾ ਕੰਮ ਨਾ ਕਰੋ। ਜੋ ਗੁਰੂ ਜੀ ਆਖਦੇ ਨੇ ਉਹ ਕੰਮ ਕੀਤਾ ਜਾਏ ਤੇ ਸਾਡਾ ਇਹ ਜੀਵਨ ਗੁਰਮੁਖੀ ਜੀਵਨ ਬਣ ਸਕਦਾ ਹੈ। ਗੁਰੂ ਜੀ ਕੀ ਕੰਮ ਕਰਨ ਲਈ ਆਖਦੇ ਨੇ ਭਲਾ ਆਪਾਂ ਨੂੰ? ਆਪਾਂ ਬਹੁਤ ਵਾਰੀ ਵੈਸੇ ਸੁਣਦੇ ਹਾਂ ਗੁਰੂ ਕੀ ਬਾਣੀ ਵਿੱਚੋਂ ਕਿ ਭਈ ਆਹ ਕਰਮ ਕਰੋ, ਆਹ ਕਰਮ ਨਾ ਕਰੋ, ਪਰ ਇਸ ਪੰਕਤੀ ਦੇ ਨਾਲ ਸਤਿਗੁਰਾਂ ਨੇ ਗੁਰ ਕਹਿਆ ਸਾ ਕਾਰ ਕਮਾਵੋ, ਕਿਹੜੀ ਕਾਰ ਕਮਾਵੋ? ਭਲੀ ਭਾਂਤ ਦੱਸ ਦਿੱਤੀ ਏ, ਸ਼ਬਦ ਚੀਨ ਸਹਿਜ ਕਰ ਆਓ। ਸ਼ਬਦ ਦੀ ਪਹਿਚਾਨ ਕਰੋ, ਇਹ ਗੁਰੂ ਜੀ ਆਖ ਰਹੇ ਨੇ। ਜੋ ਗੁਰਬਾਣੀ ਵਿੱਚ ਲਿਖਿਆ ਗਿਆ ਹੈ, ਇੱਕ ਇੱਕ ਸ਼ਬਦ ਗੁਰੂ ਸਾਹਿਬ ਦਾ, ਉਸ ਨੂੰ ਸਿੱਖ ਜੀਵਨ ਵਿੱਚ ਅਪਣਾ ਲਵੇ। ਜਿਵੇਂ ਜਿਵੇਂ ਅਸੀਂ ਜੀਵਨ ਵਿੱਚ ਗੁਰੂ ਦੇ ਬਚਨਾਂ ਨੂੰ ਅਪਣਾਵਾਂਗੇ, ਤਿਵੇਂ ਤਿਵੇਂ ਸਾਡਾ ਜੀਵਨ ਗੁਰਮੁਖੀ ਜੀਵਨ ਬਣਨਾ ਸ਼ੁਰੂ ਹੋ ਜਾਏਗਾ। ਸੋ ਗੁਰੂ ਜੀ, ਅਸੀਂ ਗੱਲ ਆਨੰਦ ਕਾਰਜ ਦੀ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਨਾਲ ਦੀ ਨਾਲ ਘੋਖਦੇ ਚੱਲਣਾ ਹੈ, ਵੇਖਦੇ ਚੱਲਣਾ ਹੈ ਕਿ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਉਹ ਕਰ ਰਹੇ ਹਾਂ ਜਿਹੜੀਆਂ ਚੀਜ਼ਾਂ ਗੁਰਮਤਿ ਕਰਨ ਲਈ ਨਹੀਂ ਆਖਦੀ। ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਜੋ ਸਾਨੂੰ ਗੁਰਬਾਣੀ ਕਰਨ ਲਈ ਪ੍ਰੇਰਨਾ ਕਰਦੀ ਹੈ। ਸੋ ਇਹ ਥੋੜ੍ਹਾ ਜਿਹਾ ਨਾਲ ਦੀ ਨਾਲ ਧਿਆਨ ਦਿੰਦੇ ਚੱਲੀਏ ਕਿ ਜਦੋਂ ਅਸੀਂ ਵੇਖਦੇ ਹਾਂ ਕਿ ਦੀਵਾਨ ਸੱਜਿਆ ਹੋਇਆ ਹੈ, ਹੁਣ ਲੜਕਾ ਤੇ ਲੜਕੀ ਆ ਰਹੇ ਨੇ, ਕੁਛ ਨਵੀਆਂ ਨਵੀਆਂ ਪਰੰਪਰਾਵਾਂ ਅੱਗੇ ਤੋਂ ਅੱਗੇ ਵੱਧਦੀਆਂ ਜਾਂਦੀਆਂ ਨੇ। ਸਾਨੂੰ ਸਾਰਿਆਂ ਨੂੰ ਚਾਹੀਦਾ ਉਹਦੇ ਵੱਲ ਅਸੀਂ ਧਿਆਨ ਦਈਏ। ਲੜਕਾ ਸਿਹਰਾ ਬੰਨੇ ਸਮੇਤ ਹੀ ਅੰਦਰ ਆਉਂਦਾ, ਮੱਥਾ ਟੇਕ ਕੇ ਇੱਧਰ ਸਿੱਖਾਂ ਵਾਲੇ ਪਾਸੇ ਬੈਠ ਜਾਂਦਾ ਹੈ। ਬਾਅਦ ਵਿੱਚ ਲੜਕੀ ਨੇ ਆਉਣਾ ਹੈ ਤੇ ਲੜਕੀ ਦੇ ਆਉਣ ਤੋਂ ਪਹਿਲਾਂ ਛੋਟੀਆਂ ਛੋਟੀਆਂ ਬੱਚੀਆਂ 2-2, 4-4, 5-5 ਸਾਲ ਦੀਆਂ ਹੱਥਾਂ 'ਚ ਫੁੱਲ ਜਿਹੇ ਫੜ ਕੇ ਉਹ ਅੱਗੇ ਅੱਗੇ ਤੁਰੀਆਂ ਆਉਂਦੀਆਂ ਨੇ। 2 ਜਣੀਆਂ ਪਹਿਲਾਂ ਤੇ 15-20 ਮਿੰਟ ਬਾਅਦ 2 ਜਣੀਆਂ ਫਿਰ 15 ਮਿੰਟ ਬਾਅਦ 2 ਜਣੀਆਂ ਫਿਰ। ਉਹ ਉੱਥੇ ਲੜਕੀ ਦਰਵਾਜ਼ੇ ਤੇ ਖਲੋਤੀ ਹੈ ਤੇ ਉਹ 2-2 ਲੜਕੀਆਂ ਨੂੰ ਅੱਗੇ ਭੇਜ ਰਹੇ ਨੇ। ਤਕਰੀਬਨ ਉਹ ਪੌਣਾ ਘੰਟਾ ਭਰ ਲਾਉਂਦੇ ਨੇ ਕਿ ਉਸ ਦਰਵਾਜ਼ੇ ਤੋਂ ਲੜਕੀ ਇੱਥੇ ਤੱਕ ਆਉਣ ਲੱਗਿਆ। ਆਨੰਦ ਕਾਰਜ ਲਈ ਸਾਡੇ ਕੋਲ 5 ਮਿੰਟ ਹੁੰਦੇ ਨੇ, ਲੜਕੀ ਨੇ ਉਸ ਦਰਵਾਜ਼ੇ ਤੋਂ ਚੱਲ ਕੇ ਇੱਥੋਂ ਤੱਕ ਆਉਣਾ ਤੇ ਉਹਦੇ ਲਈ ਅਸੀਂ ਪੌਣਾ ਘੰਟਾ ਰਿਜ਼ਰਵ ਕੀਤਾ ਹੋਇਆ ਹੈ, ਜੋ ਕਿ ਧਿਆਨ ਮੰਗਦੀਆਂ ਨੇ ਚੀਜ਼ਾਂ। ਉਹੋ ਹੀ ਪੌਣਾ ਘੰਟਾ ਅਸੀਂ ਗੁਰਮਤਿ ਦੀ ਵਿਚਾਰਧਾਰਾ ਲਈ ਵਰਤ ਸਕਦੇ ਹਾਂ। ਫਿਰ ਇੱਕ ਗੱਲ ਜਿਹੜੀ ਬੜੀ ਚੰਗੀ ਨਹੀਂ ਲੱਗਦੀ ਵੇਖਣ ਨੂੰ, ਜਦੋਂ ਲੜਕੀ ਨੇ ਅੰਦਰ ਆਉਣਾ ਹੈ ਤੇ ਉਹਦੇ ਉੱਤੇ ਨਾ ਇਸ ਤਰ੍ਹਾਂ ਜਿਵੇਂ ਆਪਾਂ ਗੁਰੂ ਜੀ ਤੇ ਚੰਦੋਆ ਲਗਾਇਆ ਹੋਇਆ ਹੈ, ਇਸ ਤਰ੍ਹਾਂ ਉੱਤੇ ਚੰਦੋਆ ਬੰਨ੍ਹਦੇ ਨੇ, ਹੱਥਾਂ ਨਾਲ ਫੜਿਆ ਹੁੰਦਾ ਇਸ ਤਰ੍ਹਾਂ ਉੱਚਾ ਕਰਕੇ ਨਾ 5-7 ਲੋਕਾਂ ਨੇ, ਤੇ ਵਿੱਚ ਲੜਕੀ ਤੁਰ ਕੇ ਆਉਂਦੀ ਹੈ ਤੇ ਉੱਥੋਂ ਅੰਦਰ ਆਉਂਦੇ ਨੇ। ਮੈਨੂੰ ਕਈ ਵਾਰੀ ਤੇ ਭੱਜ ਕੇ ਉੱਠ ਕੇ ਜਾ ਕੇ ਆਖਣਾ ਪੈਂਦਾ ਵੀ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਇਹ ਚੰਦੋਆ ਤੇ ਗੁਰੂ ਸਾਹਿਬ ਲਈ ਰਾਖਵਾਂ ਹੈ। ਅਸੀਂ ਸਿੱਖ ਲੋਕ
ਗੁਰੂ ਜੀ ਦੇ ਸਾਹਮਣੇ ਇਸ ਤਰ੍ਹਾਂ ਚੰਦੋਆ ਆਪਣੇ ਉੱਤੇ ਲਾਉਂਦੇ ਹੋਏ ਚੰਗੇ ਨਹੀਂ ਲੱਗਦੇ। ਇੱਕ ਗੱਲ ਇਹ, ਚਲੋ ਲੋਕੀ ਸਮਝ ਜਾਂਦੇ ਨੇ, ਹਟ ਜਾਂਦੇ ਨੇ, ਮੰਨ ਲੈਂਦੇ ਨੇ ਗੱਲ, ਸ਼ੁਕਰ ਹੈ, ਧੰਨਵਾਦ ਹੈ ਉਹਨਾਂ ਸਭਨਾਂ ਦਾ। ਪਰ ਜੇ ਕਰੀਏ ਹੀ ਨਾ ਤੇ ਕਿੰਨਾ ਚੰਗਾ ਹੋਵੇ, ਲੋੜ ਕੀ ਪਈ ਹੈ। ਫਿਰ ਜਦੋਂ ਲੜਕੀ ਲੜਕਾ ਆ ਰਹੇ ਨੇ ਤੇ ਅੱਗੇ ਛੋਟੇ ਛੋਟੇ 2-4 ਬੱਚੇ ਨਾ, ਉਹਨਾਂ ਦੇ ਹੱਥਾਂ ਵਿੱਚ ਇੱਕ ਫੁੱਲਾਂ ਦੀ ਬਾਲਟੀ ਹੁੰਦੀ ਹੈ। ਉਸ ਬਾਲਟੀ ਚੋਂ ਫੁੱਲ ਕੱਢ ਕੇ ਉਹਨਾਂ ਦੇ ਪੈਰਾਂ ਦੇ ਅੱਗੇ ਅੱਗੇ ਵਿਛਾਉਂਦੇ ਜਾ ਰਹੇ ਹੁੰਦੇ ਨੇ, ਖਿਲਾਰਦੇ ਜਾ ਰਹੇ ਹੁੰਦੇ ਨੇ। ਇਹ ਚੀਜ਼ਾਂ ਗੁਰੂ ਜੀ ਦੇ ਦਰਬਾਰ ਵਿੱਚ ਸ਼ੋਭਾ ਨਹੀਂ ਪਾਉਂਦੀਆਂ। ਅਸੀਂ ਕਹਿ ਰਹੇ ਹਾਂ ਕਿ ਗੁਰਮੁਖੀ ਜੀਵਨ ਜਿਉਣਾ ਹੈ। ਗੁਰਮੁਖੀ ਜੀਵਨ ਦਾ ਮਤਲਬ ਹੈ ਗੁਰੂ ਅਨੁਸਾਰ ਜੀਵਨ ਜਿਉਣਾ। ਸੋ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਫਿਰ ਲੜਕੀ ਲੜਕੇ ਵਾਸਤੇ ਅਸੀਂ ਉਚੇਚਾ ਇੱਥੇ ਚਿੱਟੀ ਜਾਂ ਕਿਸੇ ਰੰਗ ਦੀ ਚਾਦਰ ਵਿਛਾਉਂਦੇ ਹਾਂ ਕਿ ਉਹ ਇਹਦੇ ਉੱਤੇ ਬੈਠਣਗੇ, ਜਦੋਂ ਕਿ ਸਿੱਖ ਰਹਿਤ ਮਰਿਆਦਾ ਸਾਫ਼-ਸਾਫ਼ ਲਿਖਦੀ ਏ ਕਿ ਗੁਰੂ ਜੀ ਦੀ ਹਜ਼ੂਰੀ ਵਿੱਚ ਕਿਸੇ ਪ੍ਰਾਣੀ ਦਾ ਕਿਸੇ ਉਚੇਚੇ ਢੰਗ ਨਾਲ ਬੈਠਣਾ ਯੋਗ ਨਹੀਂ। ਸੋ ਕਿਸੇ ਵਾਸਤੇ ਗਦੇਲਾ ਲਾਉਣਾ, ਕਿਸੇ ਵਾਸਤੇ ਚਾਦਰ ਵਿਛਾਉਣਾ, ਕਿਸੇ ਵਾਸਤੇ ਕੁਝ ਅਜਿਹੀ ਪਰੰਪਰਾ ਨਵੀਂ ਖੜੀ ਕਰਨਾ, ਉਹ ਗੁਰੂ ਜੀ ਦੇ ਦਰਬਾਰ ਵਿੱਚ ਸ਼ੋਭਾ ਨਹੀਂ ਪਾਉਂਦੀ। ਪਰ ਅਸੀਂ ਕਰ ਰਹੇ ਹਾਂ। ਦੇਖੋ, ਮੇਰਾ ਕੋਈ ਕਿਸੇ ਨਾਲ ਜ਼ੋਰ ਨਹੀਂ, ਪਰ ਮੇਰਾ ਇੱਕ ਫਰਜ਼ ਹੈ ਕਿ ਮੈਂ ਤੁਹਾਨੂੰ ਆਗਾਹ ਕਰਵਾਵਾਂ, ਇੱਕ ਤੁਹਾਡੇ ਦਿਮਾਗ ਵਿੱਚ ਨਵੇਂ ਵਿਚਾਰ ਪੈਦਾ ਕਰਾਂ, ਤਾਂ ਕਿ ਤੁਸੀਂ ਉਹਦੇ ਤੇ ਸੋਚਣਾ ਸ਼ੁਰੂ ਕਰ ਦਿਓ। ਜਿਵੇਂ ਜਿਵੇਂ ਤੁਸੀਂ ਸੋਚੋਗੇ, ਅਸੀਂ ਸਮਝ ਲਵਾਂਗੇ ਕਿ ਇਹ ਚੀਜ਼ਾਂ ਅਸੀਂ ਫਾਲਤੂ ਕਰ ਰਹੇ ਹਾਂ ਔਰ ਇਹ ਗੁਰੂ ਦੇ ਅਦਬ ਵਿੱਚ ਨਹੀਂ ਹਨ। ਫਿਰ ਅਸੀਂ ਸ਼ਾਇਦ ਹਟ ਹੀ ਜਾਈਏ। ਸੋ ਇਹ ਚੀਜ਼ਾਂ ਆਪਾਂ ਧਿਆਨ 'ਚ ਰੱਖਣੀਆਂ ਨੇ। ਇਸ ਨੂੰ ਆਖਦੇ ਨੇ ਗੁਰਮੁਖੀ ਜੀਵਨ ਬਿਤਾਉਣਾ, ਗੁਰੂ ਮਰਿਆਦਾ ਮੁਤਾਬਕ, ਗੁਰੂ ਦੇ ਦੱਸੇ ਮੁਤਾਬਕ ਆਪਣੇ ਜੀਵਨ ਵਿੱਚ ਅੱਗੇ ਵਧਣਾ। ਆਓ ਹੁਣ ਅਸੀਂ ਅੱਗੇ ਵੇਖਦੇ ਹਾਂ। ਇਹ ਸਾਰੀਆਂ ਉਪਦੇਸ਼ ਦੀਆਂ ਗੱਲਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਹਨ। ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਇਹ ਜਿੰਨੇ ਬਚਨ ਆਪਾਂ ਹੁਣ ਪਿਛਲੀ ਕਥਾ ਵਿੱਚ, ਉਸ ਤੋਂ ਪਿਛਲੀ ਤੇ ਅੱਜ ਆਪਾਂ ਕੀਤੇ ਨੇ, ਇਹ ਸਾਰੇ ਉਪਦੇਸ਼ ਦੇ ਬਚਨ ਨੇ ਔਰ ਗੁਰਬਾਣੀ ਤੇ ਮਰਿਆਦਾ ਮੁਤਾਬਕ ਨੇ। ਇਹਨਾਂ ਨੂੰ ਪ੍ਰਵਾਨ ਕਰਨਾ ਹੈ। ਤੇ ਪ੍ਰਵਾਨ ਕਿਸ ਢੰਗ ਨਾਲ ਕਰਨਾ ਹੈ? ਗੁਰੂ ਜੀ ਨੂੰ ਮੱਥਾ ਟੇਕ ਕੇ। ਗੁਰੂ ਜੀ ਨੂੰ ਮੱਥਾ ਟੇਕਣ ਦਾ ਉਸ ਵਕਤ ਇਹ ਮਤਲਬ ਹੈ ਕਿ ਜੋ ਕੁਝ ਸਾਡੇ ਲਈ ਸਾਨੂੰ ਆਖਿਆ ਗਿਆ ਗੁਰੂ ਦੀ ਵਿਚਾਰਧਾਰਾ ਰਾਹੀਂ, ਉਹ ਸਾਨੂੰ ਮਨਜ਼ੂਰ ਹੈ, ਉਹ ਸਾਨੂੰ ਪ੍ਰਵਾਨ ਹੈ। ਮੱਥਾ ਟੇਕਣ ਦਾ ਇਹ ਮਤਲਬ ਹੈ। ਸੋ ਇੱਕ ਗੱਲ ਇਹ ਹੋ ਗਈ। ਦੂਸਰੀ ਗੱਲ ਇਹ ਹੋ ਗਈ, ਅਸੀਂ ਮੱਥਾ ਟੇਕਣਾ ਹੈ ਕਿ ਅਸੀਂ ਦੋਵੇਂ, ਲੜਕੀ ਤੇ ਲੜਕਾ, ਇੱਕ ਪ੍ਰਣ ਕਰਦੇ ਹਾਂ ਆਪਸ ਵਿੱਚ, ਦੋਵੇਂ ਜਣੇ ਇੱਕ ਦੂਜੇ ਨੂੰ ਅਸੀਂ ਵਚਨ ਦਿੰਦੇ ਹਾਂ, ਇੱਕ ਪ੍ਰੋਮਿਸ ਕਰਦੇ ਹਾਂ। ਤੇ ਉਹ ਪ੍ਰੋਮਿਸ ਅਸੀਂ ਕਿਤੇ ਇਕੱਲੇ ਬਹਿ ਕੇ ਪਰਦੇ ਵਿੱਚ ਨਹੀਂ ਕਰ ਰਹੇ। ਹੌਲ ਭਰਿਆ ਸੰਗਤ ਦਾ ਤੇ ਗੁਰੂ ਜੀ ਬਿਰਾਜਮਾਨ ਨੇ ਉਸ ਸੰਗਤ ਵਿੱਚ। ਸੋ ਇਹ ਜਿਹੜਾ ਅਸੀਂ ਵਚਨ ਇੱਕ ਦੂਜੇ ਦੇ ਨਾਲ ਕਰਦੇ ਆ ਨਾ, ਇਹ ਗੁਰੂ ਜੀ ਦੀ ਹਜ਼ੂਰੀ ਵਿੱਚ ਤੇ ਸੰਗਤ ਦੀ ਇਸ ਪ੍ਰੈਜ਼ੈਂਸ ਦੇ ਵਿੱਚ ਅਸੀਂ ਉਹ ਵਚਨ ਕਰਦੇ ਹਾਂ। ਤੇ ਇਹ ਪ੍ਰਣ ਕੀ ਹੈ? ਪ੍ਰਣ ਇਹ ਹੈ ਕਿ ਅਸੀਂ ਦੋਵੇਂ ਜਣੇ ਆਪਣੀ ਜ਼ਿੰਦਗੀ ਪਰਯੰਤ, ਜਿੰਨਾ ਚਿਰ ਸਾਡੇ 'ਚ ਸਵਾਸ ਚੱਲਦੇ ਨੇ, ਉਹਨਾਂ ਚਿਰ ਇੱਕ ਦੂਜੇ ਦੇ ਹਮਦਰਦ ਬਣ ਕੇ ਰਹਾਂਗੇ। ਇੱਕ ਦੂਜੇ ਦੇ ਸੁੱਖ ਤੇ ਦੁੱਖ ਨੂੰ ਆਪਣਾ ਸੁੱਖ ਤੇ ਦੁੱਖ ਮੰਨਾਂਗੇ। ਇੱਕ ਦੂਜੇ ਦੇ ਭੈਣਾਂ ਭਰਾਵਾਂ ਨੂੰ ਆਪਣੇ ਭੈਣਾਂ ਭਰਾਵਾਂ ਦੀ ਤਰ੍ਹਾਂ ਇੱਜ਼ਤ ਮਾਣ ਤੇ ਆਦਰ ਦਿਆਂਗੇ। ਜ਼ਿੰਦਗੀ ਵਿੱਚ ਸੁੱਖ ਆਵੇ, ਦੁੱਖ ਆਵੇ, ਅਮੀਰੀ ਆਵੇ, ਗਰੀਬੀ ਆਵੇ, ਕੁਛ ਚੰਗਾ ਹੋਵੇ, ਕੁਛ ਨਾ ਚੰਗਾ ਹੋਵੇ। ਅਸੀਂ ਸ਼ੁੱਕਰਵਾਰ ਵਾਲੇ ਦਿਨ ਸਮਝਿਆ ਸੀ ਕਿ ਸਤਿਗੁਰਾਂ ਨੇ ਸਾਨੂੰ ਇਹ ਗੱਲ ਸਮਝਾਈ ਏ ਕਿ ਸਾਡੇ ਜੀਵਨ ਦੇ ਹਰ ਵਕਤ ਦੋ ਪਹਿਲੂ ਇਕੱਠੇ ਚੱਲਦੇ ਨੇ। ਤੇ ਉਹ ਦੋ ਪਹਿਲੂ ਇਹੋ ਹੀ ਨੇ, ਜਿਹੜੀ ਇੱਕ ਪਾਸੇ ਦਿਨ ਹੈ, ਇੱਕ ਪਾਸੇ ਰਾਤ ਹੈ, ਇੱਕ ਪਾਸੇ ਖੁਸ਼ੀ, ਇੱਕ ਪਾਸੇ ਗਮੀ ਏ। ਤੇ ਇਹ ਜਿਹੜੇ ਜੀਵਨ ਦੇ ਦੋ ਪਹਿਲੂ ਨੇ, ਇਹਨਾਂ ਦੋਹਾਂ ਹੀ ਪਹਿਲੂਆਂ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ।
ਇਹ ਵਚਨ ਇੱਕ ਜਣਾ ਨਹੀਂ ਕਰ ਰਿਹਾ, ਇਹ ਵਚਨ ਦੋਵੇਂ ਜਣੇ ਕਰ ਰਹੇ ਨੇ। ਤੇ ਚਾਹੀਦਾ ਤੇ ਹੈ ਕਿ ਇਸ ਵਚਨ ਨੂੰ ਦੋਵੇਂ ਜਣੇ ਨਿਭਾਣ। ਪਰ ਜੇ ਇੱਕ ਜਣਾ ਨਿਭਾਉਣਾ ਚਾਹੇ, ਦੂਜਾ ਜਣਾ ਕੰਨੀ ਕਤਰਾਏ, ਉਹ ਗੱਲ ਵੀ ਸ਼ੋਭਾ ਨਹੀਂ ਦਿੰਦੀ, ਔਰ ਗੱਲ ਉਹ ਕਿਸੇ ਤਰ੍ਹਾਂ ਨਾਲ ਜਾਇਜ਼ ਵੀ ਨਹੀਂ। ਸੋ ਦੋਵਾਂ ਜਣਿਆਂ ਨੂੰ ਚਾਹੀਦਾ ਹੈ। ਇਹ ਅਸੀਂ ਇੱਕ ਪ੍ਰਣ ਕਰਦੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। ਸਾਡੇ ਵਾਸਤੇ ਯਾਨੀ ਸਿੱਖ ਲੋਕਾਂ ਵਾਸਤੇ ਇਸ ਤੋਂ ਵੱਡੀ ਕੋਈ ਕੋਰਟ, ਕੋਈ ਕਚਹਿਰੀ, ਕੋਈ ਹੋਰ ਧਰਮ ਦੀ ਦੁਨੀਆ ਨਹੀਂ। ਸਾਡੇ ਲਈ ਸਾਡਾ ਇਹ ਵਚਨ ਸਾਡੇ ਰੱਬ ਦੇ ਸਾਹਮਣੇ ਆ, ਤੇ ਇਸ ਵਚਨ ਨੂੰ ਫਿਰ ਨਿਭਾਉਣਾ ਹੈ। ਆਪਾਂ ਉਸ ਖਾਨਦਾਨ ਵਿੱਚੋਂ ਆ ਜਿਨ੍ਹਾਂ ਦੇ ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸਨ, ਸੀਸ ਜਾਏ ਪਰ ਵਚਨ ਨਾ ਜਾਏ। ਸਿਰ ਧੜ ਦੀ ਬਾਜੀ ਲੱਗ ਜਾਏ ਕੋਈ ਪਰਵਾਹ ਨਹੀਂ, ਪਰ ਜੋ ਮੁਖ ਚੋਂ ਬਚਨ ਨਿਕਲਿਆ ਉਹ ਬਚਨ ਨੂੰ ਪੂਰਿਆਂ ਕਰਨਾ, ਉਹਦੇ ਤੇ ਹਰ ਤਰ੍ਹਾਂ ਪਹਿਰਾ ਦੇਣਾ। ਇਹ ਸਿੱਖੀ ਦਾ ਸਿਧਾਂਤ ਹੈ, ਇਸ ਨੂੰ ਆਪਾਂ ਧਿਆਨ 'ਚ ਰੱਖਣਾ ਹੈ। ਭਾਵੇਂ ਅੱਜ ਇੱਕ ਅਜਿਹਾ ਵਕਤ ਆ ਗਿਆ ਜਿਹਦੇ ਵਿੱਚੋਂ ਆਪਾਂ ਸਾਰੇ ਗੁਜ਼ਰ ਰਹੇ ਹਾਂ, ਉਹਦੇ ਵੱਲ ਵੀ ਅਸੀਂ ਧਿਆਨ ਦਈਏ। ਤਲਾਕ ਹੋ ਰਹੇ ਨੇ, ਸਾਡਿਆਂ ਘਰਾਂ ਵਿੱਚ ਹੋ ਰਹੇ ਨੇ, ਜੋ ਕਿ ਚੰਗਾ ਨਹੀਂ, ਪਰ ਹੋ ਰਹੇ ਨੇ। ਇਹ ਵੀ ਸਾਡੇ ਵੱਸ ਦੀ ਗੱਲ ਤਾਂ ਨਹੀਂ, ਪਰ ਫਿਰ ਵੀ ਅਸੀਂ ਇਸ ਪਾਸੇ ਧਿਆਨ ਦਈਏ। ਸੋ ਇਹ ਸੀ ਮੱਥਾ ਟੇਕਣ ਦਾ ਮਤਲਬ, ਕਿ ਮੱਥਾ ਗੁਰੂ ਜੀ ਅੱਗੇ ਟੇਕਣਾ ਹੈ, ਤੇ ਇਹਦਾ ਮਤਲਬ ਕੀ ਹੈ। ਫਿਰ ਇਸ ਤੋਂ ਅੱਗੇ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ। ਮੈਂ ਆਪ ਜੀ ਨਾਲ ਪਿਛਲੀ ਵਾਰੀ ਬਚਨ ਕੀਤਾ ਸੀ ਕਿ ਸਾਡੀ ਸਿੱਖ ਰਹਿਤ ਮਰਿਆਦਾ ਤਕਰੀਬਨ 1945 ਵਿੱਚ ਲਿਖੀ ਗਈ, ਤੇ ਲੰਮਾ ਸਮਾਂ ਹੋ ਗਿਆ ਇਸ ਨੂੰ ਲਿਖੀ ਨੂੰ। ਹਾਲਾਤ ਬਦਲ ਗਏ ਨੇ, ਸਮਾਂ ਬਦਲ ਗਿਆ, ਮਨੁੱਖਤਾ ਦੀ ਵਿਚਾਰਧਾਰਾ ਬਦਲ ਗਈ ਏ, ਬਹੁਤ ਵੱਡੀ ਤਬਦੀਲੀ ਆਈ ਇਸ ਧਰਤੀ ਦੇ ਉੱਤੇ ਇਹ ਪਿਛਲੇ ਕੋਈ 40-50 ਸਾਲਾਂ ਦੇ ਵਿੱਚ। ਕੀ ਸਾਨੂੰ ਇਹਦੇ ਉੱਤੇ ਮੁੜ ਵਿਚਾਰ ਨਹੀਂ ਕਰਨੀ ਚਾਹੀਦੀ, ਜਿਸ ਨੂੰ ਅਸੀਂ ਅਮੈਂਡਮੈਂਟ ਆਖਦੇ ਹਾਂ, ਸੁਧਾਈ ਆਖਦੇ ਹਾਂ? ਕੀ ਸਾਨੂੰ ਸੋਧ ਨਹੀਂ ਕਰ ਲੈਣੀ ਚਾਹੀਦੀ ਕਦੀ ਇਹਦੇ ਉੱਤੇ ਬੈਠ ਕੇ? ਹੁਣ ਇੱਥੇ ਇੱਕ ਗੱਲ ਲਿਖੀ ਹੋਈ ਹੈ, ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ। ਕਿਉਂ ਨਹੀਂ ਇੱਥੇ ਆਖਿਆ ਜਾਂਦਾ ਕਿ ਦੋਵਾਂ ਨੂੰ ਇੱਕ ਸਾਂਝਾ ਪੱਲਾ ਫੜਾਇਆ ਜਾਏ? ਜਿੰਨਾ ਧਿਆਨ ਲੜਕੇ ਨੇ ਲੜਕੀ ਦੇ ਇੱਜ਼ਤ ਮਾਨ ਤੇ ਸਤਿਕਾਰ ਦਾ ਰੱਖਣਾ ਹੈ, ਕਿ ਲੜਕੀ ਦਾ ਫਰਜ਼ ਨਹੀਂ ਬਣਦਾ ਕਿ ਉਹ ਵੀ ਓਨਾ ਹੀ ਧਿਆਨ, ਮਾਨ ਤੇ ਸਤਿਕਾਰ ਲੜਕੇ ਨੂੰ ਦੇਵੇ? ਸੋ ਇਸ ਪੱਲੇ ਦਾ ਮਤਲਬ ਕੀ ਹੈ? ਪਹਿਲੀ ਗੱਲ ਕਿ ਇਹ ਕੋਈ ਮੁਖੀ ਸੰਬੰਧੀ ਜਾਂ ਲੜਕੀ ਦਾ ਪਿਤਾ ਫੜਾਵੇ। ਇਹ ਕਿਉਂ? ਕਿਉਂਕਿ ਕੋਈ ਜ਼ਿੰਮੇਵਾਰ ਬੰਦਾ ਹੋਣਾ ਚਾਹੀਦਾ, ਜ਼ਰੂਰੀ ਨਹੀਂ ਕਿ ਕੌਣ ਫੜਾ ਰਿਹਾ। ਉਹ ਸਾਡੇ ਸਮਾਜ ਵਿੱਚ ਬਹੁਤ ਜ਼ਿੰਮੇਵਾਰ ਮਨੁੱਖ ਹੋਵੇ, ਜਿਹੜਾ ਇਹਨਾਂ ਦੋਹਾਂ ਦੇ ਸਬੰਧ ਨੂੰ ਪੱਕਿਆਂ ਕਰਨ ਵਾਲਾ ਹੋਵੇ, ਤੇ ਗੁਰੂ ਦੀ ਹਜ਼ੂਰੀ ਵਿੱਚ ਕਰ ਰਿਹਾ ਹੋਵੇ, ਤੇ ਜਿਹਦਾ ਡਰ ਭਉ ਥੋੜਾ ਜਿਹਾ ਦੋਹਾਂ ਬੱਚਿਆਂ ਨੂੰ ਹੋਵੇ ਕਿ ਇੱਕ ਤੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਇਹ ਪੱਲਾ ਫੜਿਆ ਇੱਕ ਦੂਜੇ ਦਾ, ਇਕੱਲਾ ਲੜਕੇ ਦਾ ਪੱਲਾ ਲੜਕੀ ਨੇ ਨਹੀਂ ਫੜਿਆ, ਸਗੋਂ ਦੋਵਾਂ ਨੇ ਇੱਕ ਪੱਲੇ ਨੂੰ ਫੜਿਆ। ਤੇ ਉਹ ਲੜਕੀ ਦਾ ਪੱਲਾ ਲੜਕੇ ਨੇ ਫੜਿਆ, ਲੜਕੇ ਦਾ ਪੱਲਾ ਲੜਕੀ ਨੇ ਫੜਿਆ। ਉਹ ਦੋਵੇਂ ਜਣੇ ਇਸ ਫੜੇ ਹੋਏ ਪੱਲੇ ਦੀ ਇੱਜ਼ਤ, ਮਾਣ ਤੇ ਸਤਿਕਾਰ ਨੂੰ ਰੱਖਣ ਦੇ ਜ਼ਿੰਮੇਵਾਰ ਨੇ, ਇੱਕ ਜਣਾ ਨਹੀਂ, ਦੋਵੇਂ ਜਣੇ। ਸੋ ਜਿਸ ਜ਼ਿੰਮੇਵਾਰ ਬੰਦੇ ਨੇ ਪੱਲਾ ਫੜਾਇਆ ਹੈ, ਉਹਨਾਂ ਦੋ ਬੱਚਿਆਂ ਦੇ ਮਨ ਵਿੱਚ ਉਸ ਦੇ ਪ੍ਰਤੀ ਸਤਿਕਾਰ ਹੋਵੇ, ਉਸ ਦਾ ਥੋੜਾ ਹਲਕਾ ਜਿਹਾ ਡਰ ਭਉ, ਜਿਸ ਨੂੰ ਅਸੀਂ ਗੁਰਮਤਿ ਦੀ ਬੋਲੀ 'ਚ ਨਿਰਮਲ ਭਉ ਆਖਦੇ ਹਾਂ, ਉਹ ਵੀ ਹੋਵੇ ਕਿ ਜਿਸ ਨੇ ਮੈਨੂੰ ਇਹ ਪੱਲਾ ਫੜਾਇਆ ਸਾਨੂੰ, ਜੇ ਅਸੀਂ ਇਸ ਪੱਲੇ ਨੂੰ ਛੱਡਾਂਗੇ ਤੇ ਉਹ ਕੀ ਸੋਚੇਗਾ ਸਾਡੇ ਬਾਰੇ, ਸਾਨੂੰ ਕੀ ਆਖੇਗਾ, ਸਾਡਾ ਗੁਰੂ ਕੀ ਆਖੇਗਾ, ਉਹ 500 ਲੋਕ ਜਿਨ੍ਹਾਂ ਦੀ ਹਾਜ਼ਰੀ ਵਿੱਚ ਇਹ ਕੰਮ ਕੀਤਾ ਸੀ, ਉਹ ਕੀ ਆਖਣਗੇ? ਸੋ ਇਹ ਗੱਲ ਸਾਡੇ ਧਿਆਨ ਵਿੱਚ ਆਉਣੀ ਚਾਹੀਦੀ ਹੈ। ਅੱਜ ਇਹ ਪੱਲਾ ਕੇਵਲ 2 ਮੀਟਰ ਕੱਪੜੇ ਦਾ ਹੀ ਬਣ ਕੇ ਰਹਿ ਗਿਆ, ਆਹ ਚੀਜ਼ਾਂ ਵਿੱਚੋਂ ਗਾਇਬ ਹੋ ਗਈਆਂ ਨੇ। ਸੋ ਇਹ ਪੱਲਾ ਇੱਕ ਦੋਵਾਂ ਜਣਿਆਂ ਦੇ ਵਿਚਕਾਰ
ਉਹਨਾਂ ਨੂੰ ਸਦੀਵ ਕਾਲ ਲਈ ਜੁੜੇ ਰਹਿਣ ਦੀ ਸਿੱਖਿਆ ਦਿੰਦਾ ਹੈ। ਜਿਸ ਤਰ੍ਹਾਂ ਇੱਕ ਕਨੈਕਸ਼ਨ ਜੁੜਿਆ ਤੇ ਆ ਲਾਈਟ ਚੱਲ ਰਹੀ ਹੈ, ਕਨੈਕਸ਼ਨ ਜੁੜਿਆ ਤੇ ਆ ਐਂਪਲੀਫਾਇਰ ਚੱਲ ਰਿਹਾ ਹੈ, ਕਨੈਕਸ਼ਨ ਜੁੜਿਆ ਤੇ ਏਸੀ ਤੇ ਹੀਟ ਚੱਲ ਰਹੀ ਹੈ। ਜਰਾ ਜਿੰਨਾ ਕਨੈਕਸ਼ਨ ਲੂਜ਼ ਹੋ ਜਾਏ, ਜਰਾ ਜਿੰਨਾ ਖੁੱਲ ਜਾਏ, ਭਾਵੇਂ ਅਰਬਾਂ ਡਾਲਰ ਦੀ ਫੈਕਟਰੀ ਹੋਵੇ, ਜਰਾ ਜਿੰਨਾ ਕਨੈਕਸ਼ਨ ਲੂਜ਼ ਹੋਏਗਾ ਤੇ ਉਹ ਬੰਦ ਹੋ ਜਾਏਗੀ, ਉਹ ਕੰਮ ਨਹੀਂ ਕਰ ਪਾਏਗੀ। ਇਹ ਜਿਹੜੀ ਸਾਡੀ ਫੈਕਟਰੀ ਹੈ, ਦੋ ਸਰੀਰ, ਇਹ ਅਰਬਾਂ ਖਰਬਾਂ ਨਾਲ ਨਹੀਂ ਮਿਲਦੇ। ਇਹਨਾਂ ਦੋਵਾਂ ਦੀ ਇੱਕ ਇਕਾਈ ਬਣਾਉਣ ਲਈ ਇਹ ਇੱਕ ਪੱਲਾ ਕਨੈਕਸ਼ਨ ਦਾ ਕੰਮ ਕਰਦਾ ਹੈ। ਜਿੱਦਣ ਇਹ ਥੋੜਾ ਜਿਹਾ ਵੀ ਲੂਜ਼ ਹੋਇਆ, ਉਸੇ ਦਿਨ ਹੀ ਇਹ ਪੱਲਾ ਉਸ ਕੰਮ ਨੂੰ, ਉਸ ਸੰਜੋਗ ਨੂੰ ਬਣਾਏ ਰੱਖਣ ਦੇ ਕਾਬਲ ਨਾ ਰਹਿ ਪਾਏਗਾ। ਇਸ ਲਈ ਇਸ ਨੂੰ ਲੂਜ਼ ਨਹੀਂ ਕਰਨਾ, ਇਸ ਨੂੰ ਢਿੱਲਾ ਨਹੀਂ ਛੱਡਣਾ, ਇਸ ਕਨੈਕਸ਼ਨ ਨੂੰ ਟੁੱਟਣ ਨਹੀਂ ਦੇਣਾ, ਬਣਾ ਕੇ ਰੱਖਣਾ। ਇਹ ਹੈ ਪੱਲੇ ਦਾ ਸਬੰਧ। ਜਦੋਂ ਇਹ ਪੱਲਾ ਫੜਾਇਆ ਜਾਂਦਾ ਹੈ, ਉਦੋਂ ਇੱਕ ਸ਼ਬਦ ਗਾਇਨ ਕੀਤਾ ਜਾਂਦਾ ਹੈ। ਇਹ ਸ਼ਬਦ ਵੀ ਸਿੱਖ ਰਹਿਤ ਮਰਿਆਦਾ ਗਾਇਨ ਕਰਨ ਲਈ ਬਿਲਕੁਲ ਨਹੀਂ ਆਖਦੀ। ਜੋ ਮਰਿਆਦਾ ਕਹਿੰਦੀ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ, ਜੋ ਨਹੀਂ ਕਹਿੰਦੀ ਮੈਂ ਕਹਿ ਰਿਹਾ ਕਿ ਉਹ ਨਹੀਂ ਕਹਿੰਦੀ। ਕਰਨਾ ਹੈ ਨਹੀਂ ਕਰਨਾ ਉਹ ਤੁਹਾਡੇ ਤੇ ਨਿਰਭਰ ਕਰਦਾ ਹੈ, ਜਾਂ ਸਾਡੇ ਸਿੱਖ ਸਮਾਜ ਦੇ ਜਿਹੜੇ ਆਗੂ ਲੋਕ ਨੇ, ਅਕਾਲ ਤਖਤ ਤੋਂ ਲੈ ਕੇ ਵੱਡੇ ਤੋਂ ਵੱਡੀ ਜਗ੍ਹਾ ਤੋਂ ਲੈ ਕੇ ਛੋਟੇ ਤੋਂ ਛੋਟੇ ਗੁਰਦੁਆਰੇ ਤੱਕ ਜਿਹੜੇ ਪ੍ਰਬੰਧਕ ਲੋਕ ਨੇ, ਇਹ ਜਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਰਹਿਤ ਮਰਿਆਦਾ ਨੂੰ ਗੁਰਦੁਆਰਿਆਂ ਵਿੱਚ ਲਾਗੂ ਕਰੀਏ, ਮੇਨਟੇਨ ਕਰੀਏ, ਤਾਂ ਕਿ ਸਾਡੇ ਸਾਰੇ ਸਮਾਜ ਵਿੱਚ ਇੱਕ ਸਾਰਤਾ ਬਣ ਸਕੇ। ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਮੰਨ ਲੈਣਾ ਚਾਹੀਦਾ ਹੈ, ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਛੱਡ ਦੇਣਾ ਚਾਹੀਦਾ ਹੈ। ਮੈਂ ਇਹ ਕਹਿੰਦਾ ਕਿ ਸਾਡੇ ਵਿੱਚ ਇੱਕ ਸਾਰਤਾ ਆ ਜਾਣੀ ਚਾਹੀਦੀ ਹੈ। ਇਹ ਸ਼ਬਦ ਗਾਇਨ ਕਰਨ ਲਈ ਬਿਲਕੁਲ ਨਹੀਂ ਆਖਿਆ ਜਾਂਦਾ, ਪਰ ਅਸੀਂ ਗਾ ਰਹੇ ਹਾਂ। ਮੈਂ ਜਦੋਂ ਛੋਟੀ ਉਮਰ ਵਿੱਚ ਸਾਂ, ਤੁਸੀਂ ਵੀ ਵੇਖਿਆ ਹੋਣਾ ਬਜ਼ੁਰਗ ਲੋਕਾਂ ਨੇ, ਕਿ ਪੁਰਾਣੇ ਸਮੇਂ 'ਚ ਜਦੋਂ ਲੋਕ ਅਖੰਡ ਪਾਠ ਵਗੈਰਾ ਆਪਣੇ ਘਰਾਂ 'ਚ ਗੁਰਦੁਆਰਿਆਂ 'ਚ ਕਰਾਉਂਦੇ ਸਨ, ਤੇ ਭੋਗ ਦੇ ਵੇਲੇ ਨਾ ਉਹ ਇੱਕ ਰੁਮਾਲਾ ਗੁਰੂ ਸਾਹਿਬ ਨੂੰ ਅਰਪਿਤ ਕਰਦੇ ਸਨ। ਜਦੋਂ ਰੁਮਾਲਾ ਦਿੱਤਾ ਜਾਂਦਾ ਸੀ ਤੇ ਭਾਈ ਸਾਹਿਬ ਜਾਂ ਰਾਗੀ ਸਿੰਘ ਜਿਹੜੇ ਸਨ, ਉਹ ਇੱਕ ਸ਼ਬਦ ਗਾਇਆ ਕਰਦੇ ਸਨ ਕਿ ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਢੱਕਣ ਕੂ ਪੱਤ ਮੇਰੀ। ਤੇ ਉਹਨਾਂ ਦੇ ਗਾਉਣ ਦੀ ਤਰਜ਼ ਬੜੀ ਸਿੱਧੀ ਜੀ ਹੁੰਦੀ ਸੀ, ਤੇ ਉਹ ਸਾਰੀ ਸੰਗਤ ਉਹਨਾਂ ਨਾਲ ਮਿਲ ਕੇ ਗਾਇਆ ਕਰਦੀ। ਤੇ ਇਉਂ ਲੱਗਦਾ ਕਿ ਜਿਵੇਂ ਅਸੀਂ ਇਹ ਜਿਹੜਾ ਰੁਮਾਲਾ ਪ੍ਰੇਮ ਦਾ ਪਟੋਲਾ ਗੁਰੂ ਜੀ ਨੂੰ ਦਿੱਤਾ ਹੈ, ਤੇ ਇਸ ਲਈ ਦਿੱਤਾ ਹੈ ਕਿ ਗੁਰੂ ਸਾਡੀ, ਜਿਵੇਂ ਅਸੀਂ ਗੁਰੂ ਦੀ ਇੱਜ਼ਤ ਢੱਕ ਰਹੇ ਹਾਂ ਰੁਮਾਲਾ ਦੇ ਕੇ, ਇਸ ਤਰ੍ਹਾਂ ਗੁਰੂ ਸਾਡੀ ਇੱਜ਼ਤ ਢੱਕੇ। ਇਸ ਤਰ੍ਹਾਂ ਦਾ ਕੋਈ ਮਨਾਂ ਵਿੱਚ ਭਾਵ ਪੈਦਾ ਹੋ ਗਿਆ ਸੀ ਉਹਦਾ, ਉਸ ਸ਼ਬਦ ਦੇ ਨਾਲ। ਹੌਲੀ ਹੌਲੀ ਸਿੱਖ ਮਿਸ਼ਨਰੀ ਕਾਲਜ ਨੇ ਇਸ ਫੀਲਡ ਦੇ ਵਿੱਚ, ਇਸ ਖੇਤਰ ਵਿੱਚ ਬੜਾ ਕੰਮ ਕੀਤਾ ਹੈ। ਉਹਨਾਂ ਨੇ ਸਿੱਖ ਫੁਲਵਾੜੀ ਮੈਗਜ਼ੀਨ ਰਾਹੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਕਲਾਸਾਂ ਲਗਾ ਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਆਹ ਚੀਜ਼ਾਂ ਸ਼ੋਭਾ ਨਹੀਂ ਪਾਉਂਦੀਆਂ। ਅੱਜ ਉਹ ਸ਼ਬਦ ਨਹੀਂ ਪੜਿਆ ਜਾਂਦਾ, ਤੇ ਹੁਣ ਸਾਨੂੰ ਕੋਈ ਦਿੱਕਤ ਵੀ ਨਹੀਂ। ਉਹਨਾਂ ਦਿਨਾਂ ਵਿੱਚ ਜੇ ਕੋਈ ਰਾਗੀ ਸਿੰਘ ਉਹ ਨਹੀਂ ਸਨ ਪੜ੍ਹਦੇ, ਤੇ ਉਹ ਤੇ ਝਗੜਾ ਹੋ ਜਾਂਦਾ ਸੀ ਵੀ ਤੁਸੀਂ ਉਹ ਸ਼ਬਦ ਕਿਉਂ ਨਹੀਂ ਪੜਿਆ, ਪ੍ਰੇਮ ਪਟੋਲੇ ਵਾਲਾ। ਪਰ ਹੁਣ ਉਹਦਾ ਕਿਤੇ ਨਾਂ ਨਿਸ਼ਾਨ ਨਹੀਂ, ਤੇ ਹੁਣ ਵੀ ਆਪਾਂ ਠੀਕ ਠਾਕ ਹੀ ਹਾਂ, ਕੋਈ ਪਰੇਸ਼ਾਨੀ ਨਹੀਂ ਆਪਾਂ ਨੂੰ। ਇਸੇ ਤਰ੍ਹਾਂ ਜਿਹੜੇ ਆਹ ਸ਼ਬਦ ਅਸੀਂ ਵਿੱਚ ਵਿੱਚ ਪੜ੍ਹ ਰਹੇ ਹਾਂ, ਇਹੋ ਹੀ ਸਮਾਂ ਅਸੀਂ ਇਸ ਨੂੰ ਗੁਰਮਤ ਦੀ ਵਿਚਾਰਧਾਰਾ ਸਮਝਣ ਤੇ ਸਮਝਾਉਣ ਲਈ ਵਰਤ ਸਕਦੇ ਹਾਂ। ਹੁਣ ਇਹ ਜਿਹੜਾ ਸ਼ਬਦ ਹੈ, ਤੁਸੀਂ ਇਸ ਨੂੰ ਆਪ ਵੇਖੋ, ਇਹਦੇ ਵਿੱਚ ਇਹ ਬਚਨ ਪੰਜਵੇਂ ਪਾਤਸ਼ਾਹ ਲਿਖ ਰਹੇ ਨੇ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਝਾਈ ਛੋੜਿਆ, ਹੱਬ ਕਿਛ ਤਿਆਗੀ। ਇਹ ਜਿਹੜਾ ਹੱਬ ਸ਼ਬਦ ਹੈ, ਇਹ ਲਹਿੰਦੀ ਬੋਲੀ ਦਾ, ਜਿੱਧਰ ਬਾਬਾ ਫਰੀਦ ਜੀ ਹੋਏ ਨੇ, ਸਭ, ਇਹਦਾ ਅਰਥ ਹੈ ਸਭ। ਉਸਤਤ ਨਿੰਦਾ ਵਿੱਚ ਗੁਰੂ ਜੀ ਦਾ ਨਾਂ ਆ ਗਿਆ ਤੇ ਨਾਲ ਸ਼ਬਦ ਆ ਗਿਆ ਮੈਂ। ਇਹਦਾ ਮਤਲਬ ਹੈ ਉਸਤਤ ਨਿੰਦਾ ਹੱਬ ਵੰਝਾਈ ਛੋੜਿਆ,
ਹਬ ਕਿਜ ਤਿਆਗੀ। ਗੁਰੂ ਸਾਹਿਬ ਇਹ ਗੱਲ ਆਖ ਰਹੇ ਨੇ ਕਿ हे परम पिता परमात्मा, मैं उस्तत ते निंदा करनी बंद कर ਦਿੱਤੀ है। मैं ਹੁਣ ਨਾ ਕਿਸੇ ਨੂੰ ਚੰਗਾ ਆਖਦਾ ਹਾਂ, ਨਾ ਮੈਂ ਕਿਸੇ ਨੂੰ ਮਾੜਾ ਆਖਦਾ, ਨਾ ਮੈਂ ਬਿਨਾਂ ਵਜ੍ਹਾ ਕਿਸੇ ਦੀ ਵਡਿਆਈ ਕਰਦਾ, ਤੇ ਨਾ ਹੀ ਮੈਂ ਬਿਨਾਂ ਵਜ੍ਹਾ ਕਿਸੇ ਨੂੰ ਹੀਨ ਭਾਵਨਾ ਦੇਣਾ। ਹਬ ਕਿਜ ਤਿਆਗੀ, ਮੈਂ ਸਭ ਕੁਝ ਛੱਡ ਦਿੱਤਾ ਹੈ, ਭਾਵ ਇਹੋ ਜਿਹੇ ਕਰਮ ਹੁਣ ਮੈਂ ਨਹੀਂ ਕਰਦਾ। ਹੱਬੇ ਸਾਕ ਉਡਾਵੇ ਡਿੱਠੇ, ਮੈਂ ਜਿੰਨੇ ਰਿਸ਼ਤੇ ਨੇ ਮੇਰੇ ਇਸ ਦੁਨੀਆ ਦੇ ਅੰਦਰ ਦੁਨਿਆਵੀ ਤੌਰ ਤੇ, ਚਾਹੇ ਉਹ ਪਤੀ ਪਤਨੀ ਦਾ ਹੈ, ਚਾਹੇ ਉਹ ਮਾਤਾ ਪਿਤਾ ਦਾ ਹੈ, ਚਾਹੇ ਬੱਚਿਆਂ ਦਾ ਹੈ, ਚਾਹੇ ਭੈਣਾਂ ਭਰਾਵਾਂ ਦਾ ਹੈ, ਚਾਹੇ ਕੋਈ ਹੋਰ ਹੈ, ਇੱਥੇ ਹੱਬੇ ਸਾਕ ਦੀ ਗੱਲ ਹੈ। ਸਾਰੇ ਹੀ ਸਾਕ ਉਡਾਵੇ ਡਿੱਠੇ, ਮੈਂ ਵੇਖ ਲਿਆ ਏ ਕਿ ਇਹਨਾਂ ਰਿਸ਼ਤਿਆਂ ਨਾਤਿਆਂ ਵਿੱਚੋਂ ਨਾਲ ਨਿਭਣ ਵਾਲਾ ਕੋਈ ਵੀ ਰਿਸ਼ਤਾ ਨਹੀਂ। ਹੁਣ ਚਾਹੇ ਅਸੀਂ ਪੱਲਾ ਫੜਿਆ ਹੈ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਫੜਿਆ ਹੈ ਤੇ ਸੰਗਤ ਦੇ ਵਿੱਚ ਫੜਿਆ ਹੈ, ਕੀ ਇਸ ਗੱਲ ਦੀ ਗਰੰਟੀ ਹੈ ਕਿ ਦੋਵੇਂ ਇਕੱਠੇ ਹੀ ਸੰਸਾਰ ਤੋਂ ਜਾਣਗੇ? ਹੁਣ ਕਦੋਂ ਕਿੰਨੇ ਚਲੇ ਜਾਣਾ ਹੈ? ਜਿਹੜਾ ਇੱਕ ਜਣਾ ਵਿੱਚੋਂ ਪਹਿਲਾਂ ਚਲਾ ਜਾਏਗਾ, ਦੂਜਾ ਪਿੱਛੇ ਰਹਿ ਜਾਏਗਾ, ਫਿਰ ਸਾਕ ਤੋੜ ਤੇ ਨਾ ਨਿਭਿਆ ਏ, ਇਹ ਸਾਕ ਪੱਕਾ ਤੇ ਨਾ ਹੋਇਆ। ਇਸੇ ਲਈ ਗੁਰੂ ਜੀ ਨੇ ਆਖਿਆ ਸੀ, ਢੂੰਡ ਸੱਜਣ ਸੰਤ ਪੱਕਿਆਂ। ਮਹਾਂਪੁਰਸ਼ਾਂ ਦਾ, ਗੁਰੂਆਂ ਦਾ ਸਾਥ, ਗੁਰੂਆਂ ਦਾ ਰਿਸ਼ਤਾ ਪੱਕਾ ਰਿਸ਼ਤਾ ਹੈ। ਇਹ ਜੀਵਨ ਦੇ ਵਿਛੜੈ ਉਹ ਮੋਇਆ ਨਾ ਜਾਈ ਛੋੜ। ਇਹ ਦੁਨਿਆਵੀ ਰਿਸ਼ਤੇ ਜਿਉਂਦਿਆਂ ਹੀ ਟੁੱਟ ਜਾਂਦੇ ਨੇ। ਜਿਹੜੇ ਮਹਾਂਪੁਰਸ਼ਾਂ ਗੁਰੂਆਂ ਦੇ ਨਾਲ ਰਿਸ਼ਤੇ ਗੰਢੇ ਜਾਂਦੇ ਨੇ, ਉਹ ਮਰਨ ਤੋਂ ਬਾਅਦ ਵੀ ਨਹੀਂ ਟੁੱਟਦੇ। ਸੋ ਫਿਰ ਕਿਉਂ ਨਾ ਰਿਸ਼ਤਾ ਉਹਦੇ ਨਾਲ ਗੰਢਿਆ ਜਾਵੇ ਜਿਹਦੇ ਨਾਲ ਇੱਕ ਵਾਰੀ ਬੰਨ ਆ ਗਈ ਤੇ ਫਿਰ ਰਿਸ਼ਤੇ ਵਿੱਚ ਕਦੀ ਦਰਾਰ ਨਹੀਂ ਪਵੇਗੀ, ਕਦੀ ਤਰੇੜ ਨਹੀਂ ਆਏਗੀ ਤੇ ਕਦੀ ਰਿਸ਼ਤਾ ਟੁੱਟੇਗਾ ਨਹੀਂ। ਇਸੇ ਲਈ ਗੁਰੂ ਜੀ ਨੇ ਆਖਿਆ, ਤਉ ਤਾਂ ਪੱਲੇ ਟੈਂਡੇ ਲਾਗੀ। ਹੇ ਮੇਰੇ ਮਾਲਕ ਪਰਮਾਤਮਾ ਜੀ, ਮੈਂ ਤੇਰੇ ਪੱਲੇ ਤਾਂ ਲੱਗੀ ਆ, ਮੈਂ ਤੇਰਾ ਪੱਲਾ ਤਾਂ ਫੜਿਆ ਹੈ, ਇਹ ਕਨੈਕਸ਼ਨ ਮੈਂ ਤੇਰੇ ਨਾਲ ਤਾਂ ਜੋੜਿਆ ਹੈ ਕਿਉਂਕਿ ਇਹ ਸਾਰੇ ਹੀ ਰਿਸ਼ਤੇ ਕੂੜੇ ਤੇ ਝੂਠੇ ਨੇ। ਜਦੋਂ ਅਸੀਂ ਇਹ ਗਾ ਰਹੇ ਹਾਂ, ਇਸ ਦੀ ਭਾਵਨਾ ਲੋਕਾਂ ਤੱਕ ਇਸ ਤਰ੍ਹਾਂ ਪਹੁੰਚ ਰਹੀ ਹੁੰਦੀ ਏ ਕਿ ਜਿਵੇਂ ਮਾਨੋ ਲੜਕੀ ਇੱਥੇ ਬੈਠੀ ਲੜਕੇ ਨੂੰ ਕਹਿ ਰਹੀ ਹੋਵੇ ਕਿ ਸਾਰੇ ਰਿਸ਼ਤੇ ਮੈਂ ਝੂਠੇ ਵੇਖੇ ਨੇ ਸੱਜਣਾ, ਹੁਣ ਮੈਂ ਤਾਂ ਤੇਰੇ ਲੜ ਲੱਗੀ ਆ। ਇਹ ਰਿਸ਼ਤਾ ਪੱਕਾ ਹੈ, ਇਹ ਕਦੀ ਨਹੀਂ ਟੁੱਟੇਗਾ। ਸੋ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ ਸਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਰਿਸ਼ਤਾ ਵੀ ਝੂਠਾ ਹੀ ਹੈ। ਇਹ ਰਿਸ਼ਤਾ ਵੀ ਤੋੜ ਨਿਭਣ ਵਾਲਾ ਨਹੀਂ। ਬੜਾ ਪਿਆਰਾ ਰਿਸ਼ਤਾ ਹੈ, ਬਹੁਤ ਚੰਗਾ ਰਿਸ਼ਤਾ ਹੈ, ਸਾਰੇ ਰਿਸ਼ਤੇ ਬੜੇ ਚੰਗੇ ਨੇ, ਪਰ ਗੁਰੂ ਜੀ ਸਾਨੂੰ ਇਸ ਤੋਂ ਅੱਗੇ ਲਿਜਾਂਦੇ ਨੇ ਕਿ ਇਹ ਤੋੜ ਨਿਭਣ ਵਾਲੇ ਨਹੀਂ, ਚੰਗੇ ਨੇ ਸਾਰੇ, ਬੜੇ ਪਿਆਰੇ ਰਿਸ਼ਤੇ ਨੇ। ਸੋ ਇਸ ਲਈ ਇਸ ਗੱਲ ਵੱਲੇ ਆਪਾਂ ਧਿਆਨ ਦੇਣਾ ਹੈ। ਅਗਲਾ ਬਚਨ ਹੈ ਮਰਿਆਦਾ ਵਿੱਚੋਂ। ਜਦੋਂ ਇਹ ਸ਼ਬਦ ਗਾ ਲਿਆ ਜਾਂਦਾ ਹੈ, ਫਿਰ ਮਰਿਆਦਾ ਮੁਤਾਬਕ ਜਿਹੜਾ ਸੱਜਣ ਆਨੰਦ ਕਾਰਜ ਕਰਵਾ ਰਿਹਾ, ਤਾਬਿਆ ਬੈਠਾ ਹੋਇਆ ਹੈ, ਤਾਬਿਆ ਬੈਠਾ ਸੱਜਣ ਸੂਹੀ ਮਹਿਲਾ ਚੌਥਾ ਵਿੱਚ ਦਿੱਤੀਆਂ ਲਾਵਾਂ ਦਾ ਪਾਠ ਸੁਣਾਵੇ। ਹਰੇਕ ਲਾਮ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਪਰਿਕਰਮਾ ਕਰਨ। ਅੱਗੇ ਵਰ ਤੇ ਪਿੱਛੇ ਕੰਨਿਆ, ਭਾਵ ਲੜਕਾ ਅੱਗੇ ਲੱਗੇ, ਪੱਲਾ ਉਹਨੇ ਵੀ ਫੜਿਆ ਹੋਵੇ, ਪਿੱਛੇ ਲੜਕੀ ਹੋਵੇ ਤੇ ਪੱਲਾ ਉਹਨੇ ਵੀ ਫੜਿਆ ਹੋਵੇ। ਦੋਵੇਂ ਜਣੇ ਇਸ ਤਰ੍ਹਾਂ 4 ਪਰਿਕਰਮਾ 4 ਲਾਵਾਂ ਦਾ ਪਾਠ ਸੁਣਦੇ ਕਰਨਗੇ। ਹੁਣ ਇੱਥੇ ਮੈਂ ਥੋੜੀ ਜੀ ਗੱਲ ਤੁਹਾਡੇ ਨਾਲ ਕਰਨੀ ਹੈ। ਜਿਵੇਂ ਕਈ, ਇਹਨੂੰ ਮੈਂ ਕੇਸ ਆਖ ਲਵਾਂ ਤੇ ਬੁਰਾ ਤੇ ਨਹੀਂ ਸ਼ਬਦ, ਕਿ ਕਈ ਕੇਸ ਇਹੋ ਜਿਹੇ ਆ ਜਾਂਦੇ ਨੇ ਕਿ ਜਿਵੇਂ ਕੋਈ ਕਹਿ ਰਿਹਾ ਸੀ ਕਿ ਮੈਂ ਤੇ ਸਿਹਰਾ ਬੰਨ੍ਹ ਕੇ ਹੀ ਕਰਨਾ ਹੈ ਆਨੰਦ ਕਾਰਜ, ਤੇ ਜਿਵੇਂ ਇੱਕ ਲੜਕੀ ਸੀ ਤੇ ਉਹ ਕਹਿ ਰਹੀ ਸੀ ਆਪਣੇ ਮਾਤਾ ਪਿਤਾ ਜੀ ਨੂੰ, ਇਹ 6-7 ਸਾਲ ਪਹਿਲਾਂ ਦੀ ਗੱਲ ਹੋਈ ਬੀਤੀ ਗੱਲ ਹੈ, ਮੈਂ ਕੋਈ ਬਨਾਵਟੀ ਨਹੀਂ ਕਰਦਾ ਕਿ ਕੋਈ ਬਣਾ ਕੇ ਗੱਲ ਸੁਣਾ ਰਿਹਾ, ਹੋਈ ਬੀਤੀ, ਮੇਰੇ ਨਾਲ ਬੀਤੀ ਹੋਈ। ਉਹ ਲੜਕੀ ਆਪਣੇ ਮਾਤਾ ਪਿਤਾ ਜੀ ਨੂੰ ਕਹਿ ਰਹੀ ਸੀ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਿੱਖ ਧਰਮ ਦੇ ਅੰਦਰ ਇੱਕ ਸਾਰਤਾ ਹੈ, ਲੜਕੀ ਤੇ ਲੜਕੇ ਵਿੱਚ ਕੋਈ ਫਰਕ ਨਹੀਂ ਮੰਨਿਆ ਜਾਂਦਾ,
ਤੁਸੀਂ ਇਹ ਗੱਲ ਕਹਿੰਦੇ ਹੋ। ਉਹ ਕਹਿੰਦੇ ਹਾਂ ਅਸੀਂ ਕਹਿੰਦੇ ਹਾਂ, ਸਾਡੀ ਮਰਿਆਦਾ ਕਹਿੰਦੀ ਹੈ, ਸਾਡੀ ਬਾਣੀ ਕਹਿੰਦੀ ਹੈ। ਤੇ ਉਹ ਕਹਿੰਦੇ ਫਿਰ ਮੈਨੂੰ ਪਿੱਛੇ ਕਿਉਂ ਤੋਰਦੇ ਹੋ ਲੜਕੀ ਦੇ, ਹਨਾ। ਵੇਖੋ ਗੱਲ ਸਮਝਣ ਵਾਲੀ ਏ ਵੀ ਜੇ ਇੱਕ ਸਾਰਤਾ ਹੈ ਸਾਡੇ ਵਿੱਚ, ਸਾਨੂੰ ਚਾਹੀਦਾ ਦੋਨਾਂ ਨੂੰ ਬਰਾਬਰ ਲੱਗ ਕੇ ਤੁਰੀਏ, ਇੱਕ ਦੂਜੇ ਦੀ ਬਾਹ ਫੜ ਲਈਏ, ਪੱਲਾ ਫੜ ਲਈਏ, ਇਕੱਠੇ ਬਰਾਬਰ ਤੁਰੀਏ। ਤੇ ਜੇ ਇਸ ਤਰ੍ਹਾਂ ਨਾ ਹੋ ਸਕੇ ਵੀ ਪਿੱਛੇ ਜਗ੍ਹਾ ਘੱਟ, ਦੋਵੇਂ ਜਣੇ ਬਰਾਬਰ ਨਹੀਂ ਤੁਰ ਸਕਦੇ, ਤੇ ਫਿਰ ਦੋ ਲਾਵਾਂ ਮੁੰਡਾ ਅੱਗੇ ਲੱਗ ਕੇ ਚੱਲੇ ਤੇ ਦੋ ਲਾਵਾਂ ਮੈਂ ਅੱਗੇ ਲੱਗ ਕੇ ਚੱਲਾਂਗੀ, ਫਿਰ ਇੱਕ ਸਾਰਤਾ ਬਣ ਜਾਏਗੀ। ਇਸ ਤਰ੍ਹਾਂ ਕਰੀਏ। ਉਹਨਾਂ ਮਾਤਾ ਪਿਤਾ ਨੇ ਲੜਕੀ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੱਚੇ ਦੇਖੋ ਇਸ ਤਰ੍ਹਾਂ ਅੱਜ ਤੱਕ ਕਦੀ ਹੋਇਆ ਨਹੀਂ। ਸਿੱਖੀ ਦੇ ਅੰਦਰ ਹਮੇਸ਼ਾ ਲੜਕਾ ਅੱਗੇ ਤੁਰਦਾ, ਲੜਕੀ ਪਿੱਛੇ ਤੁਰਦੀ ਏ, ਤੇ ਪਰਿਕਰਮਾ ਹੁੰਦੀਆਂ ਨੇ, ਫੇਰੇ ਹੁੰਦੇ ਨੇ, ਲਾਵਾਂ ਹੁੰਦੀਆਂ ਨੇ। ਤੇ ਤੂੰ ਇੱਕ ਨਵੀਂ ਗੱਲ ਸ਼ੁਰੂ ਕਰ ਦਿੱਤੀ ਏ। ਅਸੀਂ ਕਿਵੇਂ ਜਾ ਕੇ ਗੁਰਦੁਆਰੇ ਆਖੀਏ ਕਿ ਇਸ ਤਰ੍ਹਾਂ ਕਰਾਓ ਕਿ ਦੋ ਪਰਿਕਰਮਾ ਲੜਕੀ ਅੱਗੇ ਲੱਗ ਕੇ ਕਰੇ। ਉਹ ਆਖੇ ਮੈਂ ਤੇ ਕੋਰਟ ਮੈਰਿਜ ਕਰਾ ਲਾਂਗੀ, ਮੈਂ ਗੁਰਦੁਆਰੇ ਨਹੀਂ ਕਰਾਉਣਾ ਜੇ ਮੈਨੂੰ ਪਿੱਛੇ ਤੋਰਨਾ ਹੈ। ਉਹ ਮੇਰੇ ਪਾਸ ਆਏ, ਉਹਨਾਂ ਨੇ ਆਪਣੀ ਵਿਥਿਆ ਮੈਨੂੰ ਸੁਣਾਈ ਕਿ ਇਸ ਤਰ੍ਹਾਂ ਹੋ ਰਿਹਾ। ਮੈਂ ਕਿਹਾ ਵੀ ਚਲੋ ਤੁਸੀਂ ਇੱਕ ਵਾਰੀ ਮੈਨੂੰ ਬੱਚਿਆਂ ਨੂੰ ਮਿਲਾ ਦਿਓ, ਮੈਂ ਕੋਸ਼ਿਸ਼ ਕਰਾਂਗਾ, ਜੇ ਸਮਝ ਗਏ, ਨਾ ਸਮਝ ਗਏ ਵੀ ਤੇ ਮੇਰੇ ਵੀ ਕੀ ਵਾਸੇ, ਮੇਰਾ ਕੋਈ ਜ਼ੋਰ ਥੋੜੀ ਉਹਨਾਂ ਨਾਲ, ਪਰ ਚਲੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਸਮਝਾਵਾਂ। ਉਹ ਕੁਝ ਦਿਨਾਂ ਬਾਅਦ ਦੋਨਾਂ ਬੱਚਿਆਂ ਨੂੰ ਲੈ ਕੇ ਮੇਰੇ ਕੋਲ ਆਏ। ਇੱਥੇ ਆਏ ਤੇ ਮੈਂ ਉਹਨੂੰ ਪੁੱਛਿਆ, ਬੇਟਾ ਦੱਸ ਕੀ ਗੱਲ ਹੈ, ਤੁਹਾਡਾ ਕੀ ਕੋਈ ਕੁਐਸਚਨ ਹੈ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈ, ਕੋਈ ਸਮੱਸਿਆ ਹੈ, ਕੁਝ ਦੱਸੋ। ਉਹ ਕਹਿੰਦੀ ਸਾਡੀ ਕੋਈ ਸਮੱਸਿਆ ਨਹੀਂ, ਸਮੱਸਿਆ ਤੁਹਾਡੀ ਹੈ। ਮੈਂ ਕਿਹਾ ਮੇਰੀ ਤੇ ਕੋਈ ਸਮੱਸਿਆ ਨਹੀਂ। ਉਹ ਕਹਿੰਦੀ ਤੁਹਾਡੀ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲੜਕੀ ਲੜਕਾ ਇੱਕੋ ਜਿਹੇ ਨੇ, ਔਰਤ ਤੇ ਮਰਦ ਨੂੰ ਬਰਾਬਰ ਦਾ ਹੱਕ ਦਿੰਦੇ ਹੋ ਤੁਸੀਂ, ਦੂਜੇ ਪਾਸੇ ਤੁਸੀਂ ਮੈਨੂੰ ਕਹਿ ਰਹੇ ਹੋ ਪਿੱਛੇ ਲੱਗ ਕੇ ਤੁਰ। ਇਹ ਤੁਹਾਡੀ ਸਮੱਸਿਆ, ਮੇਰੀ ਥੋੜੀ ਹੈ। ਮੈਂ ਇੱਕਦਮ ਚੁੱਪ ਕਰ ਗਿਆ ਵੀ ਗੱਲ ਤੇ ਨੇ ਇੱਕਦਮ ਠੀਕ ਆਖੀ ਹੈ, ਪਰ ਮੈਂ ਇੱਕ ਗੱਲ ਨੂੰ ਆਖੀ। ਮੈਂ ਕਿਹਾ ਬੇਟਾ ਇਹ ਜਿਹੜਾ ਕੰਮ ਹੈ ਨਾ, ਇਹ ਕੇਵਲ ਤੇ ਕੇਵਲ ਲੜਕੇ ਨੂੰ ਸਤਿਕਾਰ ਦਿੱਤਾ ਜਾਂਦਾ, ਹੋਰ ਕੁਝ ਨਹੀਂ ਹੈ। ਤੇ ਮੈਂ ਉਹਨੂੰ ਇੱਕ ਛੋਟੀ ਜਿਹੀ ਘਟਨਾ ਇੱਥੇ ਮੇਰੇ ਨਾਲ ਵਾਪਰੀ, ਮੈਂ ਉਹਨੂੰ ਸੁਣਾਈ ਕਿ ਤੂੰ ਇਹ ਮੇਰੀ ਗੱਲ ਧਿਆਨ ਨਾਲ ਸੁਣ ਲਾ, ਤੇ ਉਸ ਤੋਂ ਬਾਅਦ ਮੇਰਾ ਇੱਕ ਤੇਰੇ ਤੇ ਸਵਾਲ ਹੋਏਗਾ, ਤੂੰ ਮੇਰੇ ਸਵਾਲ ਦਾ ਜਵਾਬ ਦੇ ਕੇ ਚਲੀ ਜਾਈਂ। ਕਹਿੰਦੀ ਠੀਕ ਹੈ। ਮੈਂ ਕਿਹਾ ਵੀ ਇੱਕ ਦਿਨ ਮੈਂ ਨਾ ਪਾਰਕਿੰਗ ਲਾਟ ਵਿੱਚੋਂ ਆ ਰਿਹਾ ਸਾਂ, ਸਵੇਰੇ 9:15 ਵਜੇ ਮੈਂ ਆਉਣਾ, ਤੇ ਮੇਰੇ ਪਿੱਛੇ 6-7 ਕਦਮ ਪਿੱਛੇ ਇੱਕ ਭੈਣ ਜੀ ਮਾਤਾ ਜੀ ਆ ਰਹੇ ਸਨ। ਤੇ ਮੈਂ ਜਿਵੇਂ ਹੀ ਆਪਣੇ ਐਂਟਰੈਂਸ ਤੇ ਆਇਆ ਤੇ ਮੈਂ ਦਰਵਾਜ਼ਾ ਖੋਲ੍ਹਿਆ ਅੰਦਰ ਜਾਣ ਲਈ, ਤੇ ਮੈਂ ਪਿੱਛੇ ਵੇਖਿਆ ਭੈਣ ਜੀ 6-7 ਕਦਮ ਪਿੱਛੇ ਸਨ। ਮੈਂ ਖੋਲ ਕੇ ਦਰਵਾਜ਼ਾ ਫੜ ਕੇ ਤੇ ਖੜਾ ਹੋ ਗਿਆ। ਜਿਵੇਂ ਹੀ ਉਹ ਭੈਣ ਜੀ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਆਖਿਆ ਭੈਣ ਜੀ ਤੁਸੀਂ ਪਹਿਲਾਂ ਅੰਦਰ ਚੱਲੋ। ਤੇ ਉਹ ਮੈਨੂੰ ਬੜੇ ਅਦਬ ਨਾਲ ਆਖਣ ਲੱਗੇ, ਨਹੀਂ ਵੀਰ ਜੀ ਤੁਸੀਂ ਅੰਦਰ ਚੱਲੋ ਪਹਿਲਾਂ। ਤੇ ਮੇਰੇ ਮੂੰਹ ਵਿੱਚੋਂ ਨਾ ਇੱਕ ਸ਼ਬਦ ਨਿਕਲ ਗਿਆ, ਲੇਡੀਜ਼ ਫਰਸਟ। ਜਦੋਂ ਮੈਂ ਇਹ ਸ਼ਬਦ ਆਖਿਆ, ਉਹਨੇ ਮੇਰੇ ਇਸ ਸ਼ਬਦ ਵੱਲੇ ਵੀ ਧਿਆਨ ਦਿੱਤਾ ਤੇ ਇਸ ਸ਼ਬਦ ਦਾ ਉਹਨੇ ਸਤਿਕਾਰ ਵੀ ਬਹੁਤ ਕੀਤਾ, ਬਹੁਤ ਸਤਿਕਾਰ ਕਰਕੇ ਆਂਦੀ ਮੈਂ ਐਪਰੀਸ਼ੀਏਟ ਕਰਦੀ ਹਾਂ ਤੁਸੀਂ ਮੇਰੇ ਲਈ ਇਹ ਸ਼ਬਦ ਆਖਿਆ ਹੈ। ਉਹ ਅੰਦਰ ਆ ਗਈ, ਬਹੁਤ ਸਤਿਕਾਰ ਉਹਨੇ ਮੈਨੂੰ ਵੀ ਦਿੱਤਾ। ਉਹ ਸ਼ਬਦ ਦੇ ਕਾਰਨ, ਮੈਂ ਕੋਈ ਸਤਿਕਾਰ ਦੇ ਯੋਗ ਨਹੀਂ ਸਾਂ, ਉਹ ਸ਼ਬਦ ਦੇ ਕਾਰਨ ਉਹਨੇ ਮੈਨੂੰ ਵੀ ਮਾਣ ਇੱਜ਼ਤ ਦਿੱਤੀ। ਤੇ ਮੈਂ ਉਸ ਬੱਚੀ ਨੂੰ ਇਹ ਗੱਲ ਆਖੀ, ਮੈਂ ਕਿਹਾ ਬੇਟਾ ਜਦੋਂ ਮੈਂ ਉਸ ਮਾਤਾ ਨੂੰ, ਉਸ ਭੈਣ ਨੂੰ ਇੱਜ਼ਤ ਦਿੱਤੀ, ਆਦਰ ਦਿੱਤਾ, ਅੰਦਰ ਜਾਣ ਲਈ ਆਖਿਆ, ਮੈਂ ਦਰਵਾਜ਼ਾ ਖੋਲ ਕੇ ਖਲੋਤਾ ਰਿਹਾ। ਵੈਸੇ ਸਾਨੂੰ ਇੱਜ਼ਤ ਸਭਨਾਂ ਨੂੰ ਦੇਣੀ ਚਾਹੀਦੀ ਏ, ਕੇਵਲ ਔਰਤਾਂ ਨੂੰ ਨਹੀਂ, ਮਰਦਾਂ ਨੂੰ ਵੀ, ਸਭਨਾਂ ਨੂੰ, ਬੱਚਾ ਹੋਵੇ ਬਜ਼ੁਰਗ ਹੋਵੇ, ਸਭਨਾਂ ਨੂੰ ਇੱਜ਼ਤ ਦਈਏ ਤੇ ਸਾਨੂੰ ਇੱਜ਼ਤ ਕਈ ਗੁਣਾ ਵਧੇਰੇ ਮਿਲੇਗੀ। ਇਹ ਮੇਰਾ ਜ਼ਾਤੀ ਤਜਰਬਾ ਹੈ। ਮੈਂ ਕਈ ਵਾਰੀ ਮੈਂ ਤੇ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਦਾ, ਪਰ ਮੇਰੇ ਨਾਲ ਕਈ ਜਣੇ ਰੱਖਦੇ ਨੇ। ਮੈਂ ਉਹਨਾਂ ਨੂੰ ਵੀ ਬਰਾਬਰ ਇੱਜ਼ਤ ਦੇਣਾ, ਤੇ ਕਈ ਵਾਰੀ ਮੇਰੇ ਸਾਹਮਣੇ ਤੇ ਨਹੀਂ ਉਹ ਗੱਲ ਕਰਦੇ, ਪਰ ਬਾਹਰ ਜ਼ਰੂਰ ਕਹਿੰਦੇ ਨੇ ਗਿਆਨੀ ਜੀ ਸਾਨੂੰ ਬਹੁਤ ਇੱਜ਼ਤ ਦਿੰਦੇ ਨੇ। ਮੈਂ ਤਾਂ ਸਭਨਾਂ ਨੂੰ ਦੇਣਾ, ਬੱਚੀ ਹੋਵੇ, ਬੱਚਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਉਹਦੇ ਕਾਰਨ ਮੈਨੂੰ ਕਈ ਗੁਣਾ ਵਧੇਰੇ ਇੱਜ਼ਤ ਮਿਲਦੀ ਹੈ।
ਤੇ ਬੇਟਾ ਮੇਰਾ ਹੁਣ ਕੁਐਸਚਨ ਇਹ ਆ ਤੇਰੇ ਲਈ ਕਿ ਕੀ ਜਦੋਂ ਅਸੀਂ ਕਿਸੇ ਨੂੰ ਇੱਜ਼ਤ ਦਿੰਦੇ ਆ, ਜਿਸ ਨੂੰ ਜਿਹੜਾ ਬੰਦਾ ਇੱਜ਼ਤ ਦੇ ਰਿਹਾ ਹੈ, ਕੀ ਇੱਜ਼ਤ ਦੇਣ ਵਾਲੇ ਦੀ ਇੱਜ਼ਤ ਘਟ ਜਾਂਦੀ ਹੈ? ਉਹ ਕਹਿੰਦੀ ਨਹੀਂ, ਇੱਜ਼ਤ ਘਟਦੀ ਨਹੀਂ, ਇੱਜ਼ਤ ਤੇ ਵੱਧ ਜਾਂਦੀ ਹੈ। ਸਗੋਂ ਜਿਵੇਂ ਅਸੀਂ ਦੂਜਿਆਂ ਨੂੰ ਇੱਜ਼ਤ ਮਾਣ ਦਿਆਂਗੇ, ਆਦਰ ਸਤਿਕਾਰ ਦਿਆਂਗੇ, ਤਿਵੇਂ ਉਹ ਲੋਕ ਸਾਨੂੰ ਆਦਰ ਤੇ ਮਾਣ ਤੇ ਸਤਿਕਾਰ ਦੇਣਗੇ। ਤੇ ਮੈਂ ਕਿਹਾ ਫਿਰ ਤੈਨੂੰ ਕੀ ਦਿੱਕਤ ਹੈ ਕਿ ਤੂੰ ਆਪਣੇ ਹਸਬੈਂਡ ਨੂੰ ਇੱਜ਼ਤ ਨਹੀਂ ਦੇ ਸਕਦੀ? ਕਹਿੰਦੀ ਇਹ ਇੱਜ਼ਤ ਹੈ। ਮੈਂ ਕਿਹਾ ਬਿਲਕੁਲ, ਹੋਰ ਕੁਝ ਵੀ ਨਹੀਂ। ਉਹ ਕਹਿਣ ਲੱਗੀ ਹੈ ਇੱਕ ਦਿਨ ਨਹੀਂ, ਮੈਂ ਤਾਂ ਸਾਰੀ ਜ਼ਿੰਦਗੀ ਇੱਜ਼ਤ ਦੇਣ ਲਈ ਤਿਆਰ ਹਾਂ। ਮੈਂ ਕਿਹਾ ਜੇ ਤੂੰ ਇਸ ਪੁਰਸ਼ ਨੂੰ ਇੱਜ਼ਤ ਦੇਂਗੀ ਤੇ ਹੋ ਸਕਦਾ ਸਾਰੀ ਜ਼ਿੰਦਗੀ ਇਹ ਵੀ ਤੈਨੂੰ ਇੱਜ਼ਤ ਇਸ ਤਰ੍ਹਾਂ ਹੀ ਦੇਵੇ। ਤਾਂ ਸਾਡਾ ਮਸਲਾ ਹੀ ਹੱਲ ਹੋ ਗਿਆ। ਉਹ ਕਹਿੰਦੀ ਇਹ ਤੇ ਅੱਗੇ ਪਿੱਛੇ ਦਾ ਤੇ ਸਵਾਲ ਹੀ ਨਹੀਂ, ਇਹ ਤੇ ਇੱਜ਼ਤ ਦਾ ਹੈ। ਤੇ ਅਸੀਂ ਵੈਸੇ ਪਹਿਲਾਂ ਇੱਕ ਦਿਨ ਸਮਝਿਆ ਸੀ ਕਿ ਸਾਡਾ ਸਮਾਜ ਜਿਹੜਾ ਮਰਦ ਪ੍ਰਧਾਨ ਸਮਾਜ ਹੈ, ਉਹ ਇੱਕ ਵੱਖਰੀ ਗੱਲ ਹੈ। ਤੇ ਜਿਹੜਾ ਇਹ ਅੱਗੇ ਵਰਤੇ ਪਿੱਛੇ ਕੰਨਿਆ ਚੱਲੇ, ਇਹਨਾਂ ਨੇ ਕਿਸ ਪ੍ਰਸੰਗ ਵਿੱਚ ਵਰਤਿਆ ਮੈਨੂੰ ਵੀ ਨਹੀਂ ਪਤਾ, ਪਰ ਮੈਂ ਇਸ ਤਰੀਕੇ ਨਾਲ ਸਮਝਾ ਪਾਇਆ ਤੇ ਉਹ ਬੱਚੀ ਸਮਝ ਗਈ ਤੇ ਸਾਡਾ ਮਸਲਾ ਹੱਲ ਹੋ ਗਿਆ। ਉਸਨੇ ਇਸੇ ਢੰਗ ਨਾਲ ਆਨੰਦ ਕਾਰਜ ਕੀਤਾ ਪਿੱਛੇ ਚੱਲ ਕੇ ਵੀ ਮੈਂ ਇਸ ਨੂੰ ਇੱਜ਼ਤ ਦਿਆਂਗੀ। ਮੈਨੂੰ ਇੱਕ ਦਿਨ ਬਾਅਦ ਚ ਮਿਲੇ ਉਹ, ਤੇ ਉਹਨਾਂ ਨੇ ਮੈਨੂੰ ਇਹ ਗੱਲ ਆਪ ਹੀ ਆਖੀ ਕਿ ਸਾਡਾ ਆਪਸ ਵਿੱਚ ਉਸ ਦਿਨ ਦਾ ਬੜਾ ਪਿਆਰ ਵੱਧ ਗਿਆ। ਅਸੀਂ ਦੋਵੇਂ ਜਣੇ ਇੱਕ ਦੂਜੇ ਨੂੰ ਬਹੁਤ ਇੱਜ਼ਤ ਦਿੰਦੇ ਆ। ਤੇ ਮੈਂ ਮਹਾਰਾਜ ਕਰੇ ਬਈ ਤੁਹਾਡੀ ਇਹ ਇੱਜ਼ਤ ਸਦਾ ਸਦਾ ਲਈ ਬਣੀ ਰਹੇ। ਤੇ ਇਹ ਹੈ ਗੁਰਮਤਿ ਦੀ ਵਿਚਾਰਧਾਰਾ ਨੂੰ ਜੀਵਨ ਵਿੱਚ ਅਪਣਾਉਣਾ। ਇਸ ਨੂੰ ਆਖਦੇ ਨੇ ਗੁਰਮੁਖੀ ਜੀਵਨ। ਇੱਥੇ ਅੱਗੇ ਪਿੱਛੇ ਕਿਉਂ ਤੋਰਿਆ ਉਹਨਾਂ ਨੇ ਮੈਨੂੰ ਨਹੀਂ ਪਤਾ, ਪਰ ਅਸੀਂ ਇਹਨੂੰ ਇਸ ਤਰ੍ਹਾਂ ਲੈ ਕੇ ਚੱਲੀਏ ਕਿ ਇਸ ਵਕਤ ਔਰਤ ਮਰਦ ਨੂੰ ਸਤਿਕਾਰ ਦੇ ਰਹੀ ਹੈ। ਤੇ ਇੱਕ ਗੱਲ ਹੋਰ ਕਿ ਜਿਹੜਾ ਜਨਾ ਸਤਿਕਾਰ ਦੇ ਰਿਹਾ ਹੈ ਉਹਦਾ ਸਤਿਕਾਰ ਕੋਈ ਘਟਦਾ ਨਹੀਂ, ਸਗੋਂ ਉਸ ਨੂੰ ਕਈ ਗੁਣਾ ਵਧੇਰੇ ਸਤਿਕਾਰ ਜਿਸ ਨੂੰ ਉਹ ਸਤਿਕਾਰ ਦੇਵੇ ਉਹਦੇ ਤੋਂ ਵੀ ਬਾਕੀ ਲੋਕਾਂ ਤੋਂ ਵੀ ਉਸ ਨੂੰ ਇੱਜ਼ਤ ਤੇ ਮਾਣ ਵਧੇਰੇ ਮਿਲਦਾ ਹੈ। ਸੋ ਆਪਾਂ ਸਭਨਾਂ ਨੂੰ ਸਤਿਕਾਰ ਦੇਣਾ ਹੈ, ਆਪਣੀ ਘਰਵਾਲੀ ਨੂੰ, ਆਪਣੇ ਘਰ ਵਾਲੇ ਨੂੰ, ਸਭਨਾਂ ਦਾ ਇੱਜ਼ਤ ਮਾਣ, ਬੱਚਿਆਂ ਦਾ, ਬਜ਼ੁਰਗਾਂ ਦਾ ਕਰੀਏ ਤੇ ਸਾਨੂੰ ਇੱਜ਼ਤ ਮਾਣ ਜ਼ਰੂਰ ਮਿਲੇਗਾ। ਇਸ ਤੋਂ ਅੱਗੇ 1-2 ਮਿੰਟ ਬਾਕੀ ਨੇ। ਪਰਿਕਰਮਾ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆ ਹਰ ਇੱਕ ਲਾਮ ਮਗਰੋਂ ਮੱਥਾ ਟੇਕ ਕੇ ਅਗਲੀ ਲਾਮ ਸੁਣਨ ਲਈ ਖੜੇ ਹੋ ਜਾਣ। ਕੀ ਇਹਦੇ ਵਿੱਚ ਕੋਈ ਹੈ ਇਹੋ ਜਿਹਾ ਸ਼ਬਦ ਜਿਹੜਾ ਆਪਾਂ ਨੂੰ ਸਮਝ ਨਹੀਂ ਆ ਰਿਹਾ? ਤੁਸੀਂ ਦੱਸੋ। ਕੁਝ ਵੀ ਨਹੀਂ। ਜਿਹੜਾ ਹਾਈਲਾਈਟ ਕੀਤੇ ਨਾ ਲਾਲ ਰੰਗ ਵਿੱਚ, ਵਰ ਤੇ ਕੰਨਿਆ ਹਰ ਇੱਕ ਲਾਮ ਮਗਰੋਂ ਮੱਥਾ ਟੇਕ ਕੇ ਅਗਲੀ ਲਾਮ, ਇੱਥੇ ਅਗਲੀ ਲਾਮ ਤੋਂ ਭਾਵ ਹੈ ਅਗਲੀ ਲਾਮ ਦਾ ਪਾਠ ਸੁਣਨ ਲਈ ਖੜੇ ਹੋ ਜਾਣ। ਕੀ ਔਖਾ ਸ਼ਬਦ ਇਹਦੇ ਵਿੱਚ? ਕੁਝ ਵੀ ਨਹੀਂ। ਔਰ ਅਸੀਂ ਇਹ ਕਰਨ ਲਈ ਰਾਜੀ ਹੀ ਨਹੀਂ ਹਾਂ ਕਿ ਸਾਡੇ ਬੱਚਾ ਲਾਮ ਦਾ ਪਾਠ ਸੁਣਨ ਲਈ ਮੱਥਾ ਟੇਕ ਕੇ ਖੜੇ ਹੋ ਜਾਣ। ਤੁਸੀਂ ਕਿਸੇ ਕੋਰਟ ਵਿੱਚ ਜਾਓ, ਕਿਸੇ ਕਚਹਿਰੀ ਵਿੱਚ ਜਾਓ, ਚਾਹੇ ਉਹ ਲੋ ਲੈਵਲ ਦੀ ਹੋਵੇ ਚਾਹੇ ਹਾਈ ਲੈਵਲ ਦੀ ਹੋਵੇ, ਜੱਜ ਸਾਹਿਬ ਦੇ ਸਾਹਮਣੇ ਤੁਸੀਂ ਜੱਜ ਦਾ ਆਰਡਰ ਬਹਿ ਕੇ ਨਹੀਂ ਸੁਣਦੇ, ਤੁਹਾਨੂੰ ਖੜੇ ਹੋਣਾ ਪੈਂਦਾ। ਇਹ ਤੇ ਗੱਲ ਅਸੀਂ ਵੇਖਦੇ ਹੀ ਹਾਂ ਨਾ, ਪ੍ਰਮਾਣ ਸਾਡੇ ਕੋਲ ਹੈਗਾ ਹੈ ਨਾ। ਇਸ ਤੋਂ ਵੱਡਾ ਕਿਹੜਾ ਜੱਜ ਹੈ ਸਾਡੇ ਕੋਲ ਜਿਹਦਾ ਆਰਡਰ, ਜਿਹਦਾ ਹੁਕਮ ਜੋ ਉਸ ਵਕਤ ਲੜਕੀ ਤੇ ਲੜਕੇ ਵਾਸਤੇ ਹੈ ਕਿ ਉਹਨੂੰ ਉਹ ਗੱਦਾ ਵਿਛਾ ਕੇ ਉਹਦੇ ਉੱਤੇ ਬਹਿ ਕੇ ਇਸ ਤਰ੍ਹਾਂ ਸੁਣਨ? ਨਹੀਂ, ਇਸ ਤਰ੍ਹਾਂ ਨਹੀਂ। ਗੁਰੂ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਣਾ, ਮੇਰੇ ਮਾਲਕ ਜੀ ਜੋ ਮੇਰੇ ਲਈ ਤੁਹਾਡਾ ਹੁਕਮ ਹੈ ਮੈਨੂੰ ਸਿਰ ਮੱਥੇ ਤੇ ਪ੍ਰਵਾਨ ਹੈ। ਅਸੀਂ ਕਰਦੇ ਕੀ ਆ? ਕੋਰਟ ਵਿੱਚ ਖੜੇ ਹੁੰਦੇ ਆ ਜਦੋਂ ਜੱਜ ਸਾਹਿਬ ਦਾ ਜੋ ਸਾਡੇ ਲਈ ਹੁਕਮ ਹੈ, ਹੋ ਸਕਦਾ ਹੈ ਸਾਡੇ ਲਈ ਹੁਕਮ ਕਿੰਨਾ ਚੰਗਾ ਹੋਵੇ, ਸਾਨੂੰ ਬਰੀ ਕਰਦਾ ਹੋਵੇ ਕਿਸੇ ਜ਼ੁਲਮ ਤੋਂ। ਹੋ ਸਕਦਾ ਹੈ ਅਸੀਂ ਗੁਨਾਹ ਕੀਤਾ ਵੀ ਨਹੀਂ ਪਰ ਸਾਨੂੰ ਉਹ ਸਜ਼ਾ ਸੁਣਾ ਰਿਹਾ ਹੋਵੇ। ਦੋਵੇਂ ਚੀਜ਼ਾਂ ਹੋ ਸਕਦੀਆਂ ਨੇ ਨਾ। ਅਸੀਂ ਗੁਨਾਹ ਕੀਤਾ ਵੀ ਨਹੀਂ, ਸਾਨੂੰ ਉਹ ਸਜ਼ਾ ਸੁਣਾ ਰਿਹਾ, ਅਸੀਂ ਫਿਰ ਵੀ ਉਹਦੇ ਅੱਗੇ ਸਿਰ ਝੁਕਾਉਂਦੇ ਹਾਂ। ਜੱਜ ਨੂੰ ਨਹੀਂ ਅਸੀਂ ਆਖਦੇ ਕਿ ਤੂੰ ਗਲਤ ਕਰ ਰਿਹਾ ਕੁਛ,
ਇੱਕ ਵੱਖਰੀ ਗੱਲ ਹੈ ਕਿ ਅਸੀਂ ਆਪਣਾ ਕੇਸ ਕਿਸੇ ਹੋਰ ਕੋਰਟ ਵਿੱਚ ਲੈ ਜਾਾਂਗੇ, ਪਰ ਸਾਡੇ ਲਈ ਇਸ ਤੋਂ ਅੱਗੇ ਕੋਈ ਹੋਰ ਕੋਰਟ ਹੈ ਹੀ ਨਹੀਂ, ਕੋਈ ਕਚਹਿਰੀ ਹੈ ਹੀ ਨਹੀਂ ਜਿੱਥੇ ਅਸੀਂ ਕੇਸ ਆਪਣਾ ਲੈ ਜਾਈਏ। ਸੋ ਅਸੀਂ ਕਚਹਿਰੀ ਵਿੱਚ ਖਲੋਤੇ ਹੋਏ ਜੱਜ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨ ਕੇ ਉਹਦੇ ਹੁਕਮ ਅੱਗੇ ਖੜੇ ਹੋ ਕੇ ਸਿਰ ਝੁਕਾਉਂਦੇ ਹਾਂ। ਸਾਡੇ ਸਤਿਗੁਰੂ ਸਾਡੇ ਲਈ ਸਭ ਕੁਝ ਨੇ, ਔਰ ਇਹ ਦਰਬਾਰ ਗੁਰੂ ਦਾ ਦਰਬਾਰ ਸਾਡੇ ਵਾਸਤੇ ਪੂਰੀ ਦੁਨੀਆ ਵਿੱਚੋਂ ਉੱਚ ਪਾਏ ਦਾ ਦਰਬਾਰ ਏ, ਤੇ ਇਸ ਦਰਬਾਰ ਵਿੱਚ ਹੁਕਮ ਕਰਤਾ ਸਾਡੇ ਗੁਰੂ ਜੀ ਹਨ, ਤੇ ਉਹਨਾਂ ਦੇ ਹੁਕਮ ਨੂੰ ਖੜੇ ਹੋ ਕੇ ਹੀ ਸੁਣਨਾ ਚਾਹੀਦਾ ਉਸ ਵਕਤ ਲੜਕੀ ਤੇ ਲੜਕੇ ਨੂੰ। ਪਰ ਅਸੀਂ ਇਸ ਤਰ੍ਹਾਂ ਕਰਦੇ ਨਹੀਂ ਹਾਂ, ਸਾਨੂੰ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਜਿਵੇਂ ਜਿਵੇਂ ਰਹਿਤ ਮਰਿਆਦਾ ਨੂੰ ਸਮਝਦੇ ਚੱਲਾਂਗੇ, ਜਿਵੇਂ ਜਿਵੇਂ ਗੁਰਮਤਿ ਨੂੰ ਸਮਝਾਂਗੇ, ਅਸੀਂ ਵੇਖਾਂਗੇ ਸਾਡੇ ਜੀਵਨ ਵਿੱਚ ਸੁੱਖ ਦਾ ਆਗਾਜ਼ ਹੋਏਗਾ, ਸੁੱਖ ਸਾਡੇ ਜੀਵਨ ਵਿੱਚ ਆਣੇ ਸ਼ੁਰੂ ਹੋਣਗੇ, ਦੁੱਖਾਂ ਦੀ ਨਿਵਰਤੀ ਹੋਣੀ ਸ਼ੁਰੂ ਹੋਏਗੀ। ਇਹ ਜਿਹੜੇ ਦੁੱਖ ਨੇ, ਇੰਨਾ ਅਸੀਂ ਗੁਰਮਤਿ ਦੀਆਂ ਚੀਜ਼ਾਂ ਨੂੰ ਸਮਝਣ ਤੋਂ ਬਿਨਾਂ ਜ਼ਿੰਦਗੀ ਬਿਤਾਉਂਦੇ ਹਾਂ, ਤੇ ਫਿਰ ਕਿਸੇ ਦਾ ਮੂੰਹ ਉਧਰ ਨੂੰ ਹੁੰਦਾ ਤੇ ਕਿਸੇ ਦਾ ਮੂੰਹ ਇੱਧਰ ਨੂੰ ਹੁੰਦਾ। ਜੇ ਅਸੀਂ ਦੋਵੇਂ ਜਣੇ ਗੁਰਮਤਿ ਦੀ ਵਿਚਾਰਧਾਰਾ ਨੂੰ ਸਮਝ ਕੇ ਉਹਨੂੰ ਅਪਣਾਉਂਦੇ ਹੋਈਏ ਜੀਵਨ ਵਿੱਚ, ਫਿਰ ਸਾਡਾ ਮੂੰਹ ਇਸ ਤਰ੍ਹਾਂ ਨਹੀਂ ਹੋਏਗਾ, ਫਿਰ ਇਸ ਤਰ੍ਹਾਂ ਹੋਏਗਾ, ਇੱਕ ਦੂਜੇ ਵੱਲ ਹੋਏਗਾ, ਫਿਰ ਸਾਡੀ ਪਿੱਠ ਇੱਕ ਦੂਜੇ ਵੱਲ ਨਹੀਂ ਹੋਏਗੀ। ਸੋ ਇੱਥੋਂ ਤੱਕ ਸੀ ਕਿ ਬੱਚੀ ਬੱਚਾ ਲਾਵਾਂ ਦਾ ਪਾਠ ਖੜਿਆ ਹੋ ਕੇ ਸੁਣੇ, ਗੁਰੂ ਜੀ ਦੇ ਇਸ ਹੁਕਮ ਨੂੰ ਆਪਣੇ ਜੀਵਨ ਵਿੱਚ ਸੱਤ ਕਰਕੇ ਅਪਣਾਉਣ ਦਾ ਪ੍ਰਣ ਕਰੇ। ਤੇ ਇੱਥੋਂ ਹੀ ਆਪਾਂ ਅਗਲੀ ਕਥਾ ਵਿੱਚ ਸੋਹੀ ਮਹਿਲਾ ਚੌਥਾ ਹਰ ਪਹਿਲੜੀ ਲਾਮ ਇੱਥੋਂ ਪ੍ਰਾਰੰਭ ਕਰਾਂਗੇ ਕਿ ਸਾਡੇ ਜੀਵਨ ਦੀ ਇਹ ਪਹਿਲੀ ਲਾਮ ਅਕਸਰ ਹੈ ਕੀ ਹੈ। ਇੱਥੋਂ ਸ਼ੁਰੂ ਕਰਕੇ ਫਿਰ ਅੱਗੇ ਆਪਾਂ ਜਿਵੇਂ ਗੁਰੂ ਮਹਾਰਾਜ ਸਾਨੂੰ ਸਮਰਥ ਬਖਸ਼ਣਗੇ, ਸਮਰੱਥਾ ਬਖਸ਼ਣਗੇ, ਗਿਆਨ ਸੋਝੀ ਬਖਸ਼ਣਗੇ, ਉਹਦੇ ਮੁਤਾਬਕ ਅਸੀਂ ਇਹਨਾਂ ਲਾਵਾਂ ਨੂੰ ਵੇਖਾਂਗੇ। ਤੇ ਲਾਵਾਂ ਤੋਂ ਬਾਅਦ ਫਿਰ ਜੋ ਆਪਾਂ ਇੱਥੇ ਕਰਦੇ ਹਾਂ, ਫਿਰ ਦਾਜ ਆਦਿਕ ਦੀਆਂ ਗੱਲਾਂ, ਉਹ ਸਾਰੀਆਂ ਗੁਰਮਤਿ ਗੁਰਬਾਣੀ 'ਚ ਲਿਖੀਆਂ ਹੋਈਆਂ ਨੇ। ਆਪਾਂ ਉਹਦੇ ਮੁਤਾਬਕ ਉਹਨਾਂ ਨੂੰ ਸਮੇਂ-ਸਮੇਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।